ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾਜ਼ਰ ਹੁੰਦੇ ਹਾਂ ਇਸ ਵਕਤ ਲੈ ਕੇ ਅਸੀਂ ਇਮੀਗ੍ਰੇਸ਼ਨ ਦਾ ਪ੍ਰੋਗਰਾਮ, ਤੇ ਹਮੇਸ਼ਾ ਸੋਮਵਾਰ ਨੂੰ ਅਸੀਂ ਤੁਹਾਨੂੰ ਦਿੰਦੇ ਹਾਂ ਕਿ ਯੂਐਸ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਂ ਅਪਡੇਸ਼ਨ ਆਈ ਹੈ, ਉਹਦੇ ਬਾਰੇ ਵਿੱਚ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। ਸੋ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਯੂਐਸ ਇਮੀਗ੍ਰੇਸ਼ਨ ਉੱਤੇ ਗੱਲਬਾਤ ਕਰਨ ਦੇ ਲਈ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾਅ ਫਰੋਮ ਕੈਲੀਫੋਰਨੀਆ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ ਮੈਂ ਪਹਿਲਾਂ ਪੁੱਛਣਾ ਚਾਹਾਂਗੀ ਕੀ ਹਾਲ ਚਾਲ ਨੇ ਤੁਹਾਡੇ? ਹਫ਼ਤੇ ਬਾਅਦ ਮਿਲ ਰਹੇ ਹਾਂ। ਹਾਂਜੀ, ਬਿਲਕੁਲ ਠੀਕ ਹੈ ਜੀ, ਵਾਹਿਗੁਰੂ ਦੀ ਕਿਰਪਾ ਹੈ ਤੇ ਠੀਕ-ਠਾਕ ਚੱਲ ਰਿਹਾ। ਪਰ ਅਮਰੀਕਾ ਦੇ ਵਿੱਚ ਕੋਵਿਡ ਦੇ ਕੇਸ ਕਾਫੀ ਵੱਧ ਰਹੇ ਆ, ਹੂੰ। ਖਾਸ ਕਰਕੇ 4 ਸਟੇਟਾਂ 'ਚ, ਕੈਲੀਫੋਰਨੀਆ 'ਚ, ਐਰੀਜ਼ੋਨਾ 'ਚ, ਟੈਕਸਸ ਤੇ ਫਲੋਰੀਡਾ 'ਚ। ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਗਿਣਤੀ ਹੋਈ ਆ ਤੇ ਮਤਲਬ ਵੱਧ ਰਿਹਾ। ਸੋ ਇਸ ਕਰਕੇ ਉਹਨਾਂ ਦੇ ਵਿੱਚ ਹੋ ਸਕਦਾ ਵੀ ਲੋਕਡਾਊਨ ਹੋਵੇ ਜਾਂ ਸਰਟਨ ਕਾਊਂਟੀਜ਼ ਦੇ ਵਿੱਚ ਲੋਕਡਾਊਨ ਹੋਵੇ ਜਾਂ ਸ਼ਹਿਰਾਂ 'ਚ ਹੋਵੇ। ਪਰ ਜਿਹੜੀ ਰੀਓਪਨਿੰਗ ਸੀਗੀ ਉਹ ਜਿੱਥੇ-ਜਿੱਥੇ ਜਿੰਨੀ ਹੋਈ ਆ ਉੱਥੇ ਰੋਕਤੀ ਆ ਗਵਰਨਮੈਂਟ ਨੇ। 12 ਬੰਦ ਕਰਤੀਆਂ ਤਕਰੀਬਨ। ਓਕੇ। ਤੇ ਜਿਹੜੀ ਮਤਲਬ ਗੈਦਰਿੰਗ ਹੁੰਦੀ ਆ ਇਨਡੋਰ, ਜਿਹੜੀ ਡਾਈਨਿੰਗ ਆ ਉਹ ਬੰਦ ਆ। ਪਰ ਜਿਹੜਾ ਨਿਊਯਾਰਕ, ਨਿਊ ਜਰਸੀ ਜਿੱਥੇ ਪਹਿਲਾਂ ਜ਼ਿਆਦਾ ਸੀਗਾ ਉੱਥੇ ਕੰਟਰੋਲਡ ਆ। ਉੱਥੇ ਐਡੀ ਕੋਈ ਪ੍ਰੋਬਲਮ ਨਹੀਂ ਹੈਗੀ। ਉੱਥੇ ਮਤਲਬ ਹੁਣ ਕਾਫੀ ਜ਼ਿਆਦਾ ਕੰਟਰੋਲ ਆ ਜਿਹੜੇ ਨਵੇਂ ਨੇ ਇਹਨਾਂ 'ਚ ਜ਼ਿਆਦਾ। ਤੇ ਕਿਉਂਕਿ ਲੋਕੀ ਪ੍ਰੀਕਾਸ਼ਨ ਨਹੀਂ ਰੱਖਦੇ, ਲੋਕੀ ਜਿਹੜੇ ਆ ਉਹ ਮਤਲਬ ਸੋਸ਼ਲ ਡਿਸਟੈਂਸਿੰਗ ਨਹੀਂ ਕਰਦੇ, ਮਾਸਕ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਸੇਫ ਨਹੀਂ ਰੱਖਦੇ। ਤਾਂ ਹੁਣ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ ਰੱਖਣ, ਹੱਥ ਧੋਣ ਤਾਂ ਇੰਨਾ ਜ਼ਿਆਦਾ ਨਹੀਂ ਹੋ ਸਕਦਾ। ਪਰ ਲੋਕੀ ਕਿਉਂਕਿ ਨਹੀਂ ਖਿਆਲ ਰੱਖਦੇ, ਉਹਦੇ ਕਰਕੇ ਵੱਧ ਰਿਹਾ ਜੀ। ਯੂਐਸ ਦੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਹਰ ਕਿਸੇ ਲਈ ਇਹ ਜਾਣਨਾ, ਹਰ ਕੋਈ ਚਾਹੁੰਦਾ ਹੈ ਕਿ ਇਮੀਗ੍ਰੇਸ਼ਨ ਵਿੱਚ ਕੀ ਨਵੀਆਂ ਤਬਦੀਲੀਆਂ ਆ ਰਹੀਆਂ ਨੇ। ਸਾਰੀ ਦੁਨੀਆ ਦੀ ਇਸ ਵਕਤ ਨਜ਼ਰਾਂ ਯੂਐਸ ਦੇ ਵਿੱਚ ਟਿਕੀਆਂ ਹੋਈਆਂ ਨੇ ਕਿ ਹਰ ਰੋਜ਼ ਨਵੇਂ ਜਿਹੜੇ ਆ ਬੈਨ ਜਾਰੀ ਹੋ ਰਹੇ ਨੇ, ਕਿਤੇ ਕੁਝ ਰਾਹਤਾਂ ਮਿਲ ਰਹੀਆਂ ਨੇ। ਸੋ ਪੂਰੇ ਹਫ਼ਤੇ ਦੇ ਦੌਰਾਨ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਕੀ ਕੋਈ ਤਬਦੀਲੀ ਆਈ ਹੈ, ਕੀ ਨਵੀਂ ਅਪਡੇਸ਼ਨ ਹੈ? ਇਸ ਤਰ੍ਹਾਂ ਹੈ ਕਿ ਇੱਕ ਤਾਂ ਜਿਹੜੀ ਓਪਨਿੰਗ ਹੋ ਰਹੀ ਸੀਗੀ ਕੋਰਟਾਂ ਦੀ, ਉਹ ਜਿਵੇਂ ਆਪਾਂ ਪਿੱਛੇ ਵੀ ਦੱਸਿਆ ਸੀ ਵੀ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹ ਕਈ ਸਟੇਟਾਂ ਦੇ ਵਿੱਚ ਜਿਹੜੀਆਂ ਨਾਨ ਡਿਟੇਨਡ ਹੀਅਰਿੰਗਸ ਹੈਗੀਆਂ ਉਹ 17 ਤਰੀਕ ਤੱਕ ਇਹਨਾਂ ਨੇ ਪੋਸਟਪੋਨ ਕਰਤੀਆਂ। ਉਹ ਹੁਣ 24 ਤੱਕ ਕਰਤੀਆਂ ਪੋਸਟਪੋਨ, 24 ਜੁਲਾਈ ਤੱਕ। ਉਹਨਾਂ ਦੇ ਵਿੱਚ ਨਿਊਯਾਰਕ ਤੇ ਕੈਲੀਫੋਰਨੀਆ ਦੀਆਂ ਕੋਰਟਾਂ ਸ਼ਾਮਲ ਆ। ਪਰ ਜਿਹੜੀ ਡਿਟਰੋਇਟ ਮਿਸ਼ੀਗਨ ਦੀ ਕੋਰਟ ਆ ਉਹ 13 ਤਰੀਕ ਨੂੰ ਖੁੱਲ੍ਹ ਰਹੀ ਆ। ਕਲੀਵਲੈਂਡ ਓਹਾਇਓ ਦੀ ਜਿਹੜੀ ਇਮੀਗ੍ਰੇਸ਼ਨ ਕੋਰਟ ਆ ਉਹ 13 ਨੂੰ ਖੁੱਲ੍ਹ ਰਹੀ ਆ। ਤੇ ਜਿਹੜੀ ਨਿਊਯਾਰਕ, ਨਿਊ ਜਰਸੀ ਦੀ ਕੋਰਟ ਆ ਉਹ 13 ਨੂੰ ਖੁੱਲ੍ਹ ਰਹੀ ਆ। ਤੇ ਪਰ ਜਿਹੜੀਆਂ ਨਿਊਯਾਰਕ ਜਿਹੜੀ ਸਟੇਟ ਆ ਤੇ ਕੈਲੀਫੋਰਨੀਆ, ਇਹਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਰਟਾਂ ਜਿੱਥੇ ਪੋਲੀਟੀਕਲ ਅਸਾਈਲਮ ਦੇ ਕੇਸ ਚੱਲਦੇ ਆ, ਉਹ ਇਹਨਾਂ ਨੇ ਜਿੰਨੀਆਂ ਵੀ ਹੀਅਰਿੰਗ ਸੀਗੀਆਂ ਨਾਨ ਡਿਟੇਨਡ ਜਿਹੜੇ ਬੰਦੇ ਬਾਹਰ ਕੇਸ ਲੜਦੇ ਆ, ਉਹ ਸਾਰੀਆਂ ਪੋਸਟਪੋਨ ਕਰਤੀਆਂ 24 ਜੁਲਾਈ ਤੱਕ। 24 ਜੁਲਾਈ ਤੋਂ ਬਾਅਦ ਖੁੱਲ੍ਹਣਗੀਆਂ। ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਜਿੱਥੇ ਸਿਟੀਜ਼ਨਸ਼ਿਪ ਦੀ ਇੰਟਰਵਿਊ ਹੁੰਦੀ ਆ ਜਾਂ ਗ੍ਰੀਨ ਕਾਰਡ ਦੀ ਆ, ਉਹ ਖੁੱਲ੍ਹੇ ਆ ਤੇ ਉਹ ਇੰਟਰਵਿਊਜ਼ ਕਰ ਰਹੇ ਨੇ। ਪਰ ਉਹ ਸੋਸ਼ਲ ਡਿਸਟੈਂਸਿੰਗ ਨਾਲ ਕਰ ਰਹੇ ਆ, ਜਿੱਦਾਂ ਉਹ ਮਤਲਬ ਥੋੜ੍ਹੇ ਐਪਲੀਕੈਂਟਸ ਨੂੰ ਬੁਲਾਉਂਦੇ ਆ ਤੇ ਉਹ ਜਿਹੜਾ ਹੈਗਾ ਕੰਮ ਚੱਲ ਰਿਹਾ। ਪਰ ਜਿਹੜੀ ਮਤਲਬ ਵੀ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਜਿਹੜਾ ਕਰੋਨਾ ਵਾਇਰਸ ਹੋ ਰਿਹਾ, ਉਹਦੇ ਕਰਕੇ ਹੁਣ ਮੇਰਾ ਖਿਆਲ ਆ ਵੀ ਫਿਊਚਰ ਦੇ ਵਿੱਚ ਹੋਰ ਚੇਂਜਸ ਆ ਸਕਦੀਆਂ, ਜੋ ਆਪਾਂ ਅਪਡੇਟ ਦਿੰਦੇ ਰਹਾਂਗੇ ਜਿੱਦਾਂ ਜਿੱਦਾਂ ਆਏਗਾ। ਜੀ ਬਿਲਕੁਲ। ਸਰ ਅਪੀਲਸ ਦੀ ਤਾਂ ਤੁਸੀਂ ਗੱਲ ਕੀਤੀ ਹੈ ਤੇ ਅੱਜ ਆਪਾਂ ਖਾਸ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਨੀ ਹੈ, ਅਸਾਈਲਮ ਸੀਕਰਸ ਜਿਹੜੇ ਹੈਗੇ ਨੇ, ਉਹਨਾਂ ਨੇ ਕੇਸਿਸ ਆਪਦੇ ਲਗਾਏ ਹੋਏ ਨੇ ਤੇ ਇਹੀ ਸੀ ਕਿ ਜਿੱਦਾਂ ਹੋਰ ਤਰੀਕਿਆਂ ਦੇ ਉੱਤੇ ਬੈਨ ਲੱਗ ਰਿਹਾ, ਕੱਲ੍ਹ ਨੂੰ ਕਿਤੇ ਇਹਨਾਂ ਦੇ ਉੱਤੇ ਨਾ ਕੋਈ ਤਲਵਾਰ ਲਟਕ ਸ਼ੁਰੂ ਹੋ ਜਾਵੇ। ਇਹਦੇ ਬਾਰੇ ਵਿੱਚ ਵੀ ਕੋਈ ਅਪਡੇਸ਼ਨ ਹੈ? ਅਸਾਈਲਮ ਵਾਲਿਆਂ ਨੂੰ ਤਾਂ ਆੜਾ ਬੀਤੇ ਵੀਕ ਦੇ ਵਿੱਚ ਇੱਕ ਰਾਹਤ ਮਿਲੀ ਆ। ਉਹ ਇਹ ਰਾਹਤ ਮਿਲੀ ਆ ਕਿ ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਜ਼ਿਆਦਾ ਅਸਾਈਲਮ ਵਾਲਿਆਂ ਨੂੰ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ। ਇਹਨਾਂ ਨੇ ਇੱਕ ਲਾਸਟ ਈਅਰ ਰੂਲ ਬਣਾਇਆ ਸੀ ਵੀ ਜੇ ਕਿਸੇ ਬੰਦੇ ਨੇ ਅਮਰੀਕਾ 'ਚ ਪੋਲੀਟੀਕਲ ਅਸਾਈਲਮ ਕਰਨਾ, ਉਹ ਪਹਿਲਾਂ ਇਹ ਸ਼ੋਅ ਕਰੇ ਵੀ ਜਿਹੜੀ ਕੰਟਰੀ 'ਚੋਂ ਆਇਆ ਲੰਘ ਕੇ ਵੀ ਉੱਥੇ ਉਹਨੇ ਅਸਾਈਲਮ ਕੀਤਾ। ਜਿਵੇਂ ਕੋਈ ਬੰਦਾ ਮੈਕਸੀਕੋ 'ਚੋਂ ਆਇਆ, ਇੱਥੇ ਆ ਕੇ ਡਿਟੇਨ ਹੋ ਗਿਆ, ਫੜਿਆ ਗਿਆ, ਤਾਂ ਉਹ ਪਹਿਲਾਂ ਸ਼ੋਅ ਕਰੇ ਵੀ ਕੀ ਉਹਨੇ ਮੈਕਸੀਕੋ ਦੇ ਵਿੱਚ ਪੋਲੀਟੀਕਲ ਅਸਾਈਲਮ ਦਾ ਕੇਸ ਲਾਇਆ ਜਾਂ ਕਿਸੇ ਹੋਰ ਕੰਟਰੀ 'ਚ। ਉਹ ਜਿਹੜਾ ਰੂਲ ਸੀ ਉਹਨੂੰ ਇੱਕ ਡਿਸਟ੍ਰਿਕਟ ਕੋਰਟ ਨੇ ਸਟੇ ਕਰਤਾ, ਉਹਨੇ ਰੋਕ ਦਿੱਤਾ। ਉਹਨੇ ਕਿਹਾ ਵੀ ਇਹ ਲਾਅ ਦੇ ਉਲਟਾ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਦਾ ਲਾਅ ਹੈ ਜਿਹਦੇ ਅੰਡਰ ਅਸਾਈਲਮ ਅਪਲਾਈ ਹੁੰਦਾ, ਉਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਤੁਸੀਂ ਕਿਸੇ ਪਹਿਲਾਂ ਤੀਜੀ ਕੰਟਰੀ ਦੇ ਵਿੱਚ ਅਪਲਾਈ ਕਰਕੇ ਆਓ। ਜਿਵੇਂ ਬੰਦਾ ਇੰਡੀਆ ਤੋਂ ਆਇਆ, ਉਹ ਪਹਿਲਾਂ ਕਿਸੇ ਹੋਰ ਮੁਲਕ 'ਚ ਅਪਲਾਈ ਕਰੇ ਫਿਰ ਅਮਰੀਕਾ ਆਵੇ, ਇਹ ਲਾਅ 'ਚ ਨਹੀਂ ਹੈਗਾ। ਉਹਨੇ ਇਹ ਕਿਹਾ ਵੀ ਲਾਅ ਜਿਹੜਾ ਇਹਦੇ ਅਗੇਂਸਟ ਹੈ, ਇਸ ਕਰਕੇ ਉਹਨੇ ਉਹ ਜਿਹੜੀ ਇਹਨਾਂ ਨੇ ਬਣਾਇਆ ਸੀਗਾ ਰੂਲ, ਉਹਨੂੰ ਰੋਕ ਦਿੱਤਾ। ਤੇ ਹੁਣ ਉਹ ਜਿਹੜਾ ਪਹਿਲਾਂ ਵਾਲਾ ਸਿਸਟਮ ਆ ਉਹੀ ਚੱਲੇਗਾ। ਇਹ ਇੱਕ ਵੱਡੀ ਰਾਹਤ ਹੈ ਅਸਾਈਲਮ ਵਾਲਿਆਂ ਨੂੰ, ਨਹੀਂ ਇਹਨਾਂ ਨੇ ਉਹਨੂੰ ਕਾਫੀ ਜ਼ਿਆਦਾ ਮਤਲਬ ਟਫ ਕਰਤਾ ਸੀਗਾ। ਉਹ ਤੋਂ ਇਲਾਵਾ ਜਿਹੜੀ US ਸੁਪਰੀਮ ਕੋਰਟ ਆ, ਉਹਦਾ ਇੱਕ ਡਿਸੀਜਨ ਅੱਜ ਹੋਰ ਆਇਆ। ਉਹ ਅਸਾਈਲਮ ਨਾਲ ਤਾਂ ਨਹੀਂ ਰਿਲੇਟਡ, ਪਰ ਉਹ ਇਲੈਕਸ਼ਨ ਨਾਲ ਰਿਲੇਟਡ ਆ।
ਉਹਦੇ ਵਿੱਚ ਇਹ ਆ ਵੀ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਜਦੋਂ ਇੱਥੇ ਵੋਟਾਂ ਪੈਂਦੀਆਂ ਤੇ ਜਿਹੜੇ ਹਰੇਕ ਸਟੇਟ ਦੇ ਵਿੱਚ ਇੱਕ ਇਲੈਕਟੋਰਲ ਕਾਲਜ ਬਣਦਾ ਤੇ ਉਹ ਜਿਹੜਾ ਇਲੈਕਟੋਰਲ ਕਾਲਜ ਦੇ ਬੰਦੇ ਨੇ ਉਹ ਜਾ ਕੇ ਅੱਗੇ ਵੋਟਾਂ ਪਾਉਂਦੇ ਆ ਪ੍ਰੈਜ਼ੀਡੈਂਟ ਲਈ। ਉਹਨਾਂ ਨੂੰ ਹੁੰਦੇ ਤਾਂ ਹਰੇਕ ਕੈਂਡੀਡੇਟ ਦੇ ਹੀ ਆ, ਵੀ ਜਿਵੇਂ ਹੁਣ ਜਿਹੜੇ ਹੁਣ ਟਰੰਪ ਦੇ ਹੋਣਗੇ ਇਲੈਕਟੋਰਲ ਮਤਲਬ ਕਾਲਜ ਦੇ ਉਹਦੇ ਆ ਤੇ ਜਿਹੜੇ ਬਾਈਡਨ ਦੇ ਆਪਣੇ ਆ। ਹੁਣ ਜਿਹੜੀ ਸਟੇਟ ਦੇ ਵਿੱਚ ਜਿਹੜਾ ਕੈਂਡੀਡੇਟ ਜਿੱਤਦਾ, ਜੇ ਸਟੇਟ ਦੀ ਜ਼ਿਆਦਾ ਪੋਪੂਲਰ ਵੋਟ ਉਹਨੂੰ ਪਈ ਆ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਉਹ ਸਟੇਟ ਦੇ ਉਹ ਹੈਗੇ ਆ ਇਲੈਕਟੋਰਲ ਕਾਲਜ ਦੇ ਬੰਦੇ ਉਹਨੂੰ ਵੋਟ ਪਾਉਣਗੇ। ਵੀ ਜਿਹੜੀ ਸਟੇਟ ਦੇ ਵਿੱਚ ਫਰਜ਼ ਕਰੋ ਟਰੰਪ ਜਿੱਤਦਾ, ਉਹ ਜਿੰਨੇ ਹੈਗੇ ਟਰੰਪ ਨੂੰ ਹੀ ਪਾਉਣਗੇ, ਕਿਸੇ ਹੋਰ ਨੂੰ ਨਹੀਂ ਪਾ ਸਕਦੇ। ਤੇ ਜਿਹੜੀ ਸਟੇਟ 'ਚ ਬਾਈਡਨ ਜਿੱਤਦਾ ਉਹ ਬਾਈਡਨ ਨੂੰ ਹੀ ਪਾ ਸਕਦੇ, ਕਿਸੇ ਹੋਰ ਨੂੰ ਨਹੀਂ। ਉਹਦਾ ਮਤਲਬ ਇਹ ਆ ਵੀ ਇਹ ਨਾ ਹੋਵੇ ਵੀ ਲੋਕ ਕਿਸੇ ਹੋਰ ਕੈਂਡੀਡੇਟ ਨੂੰ ਵੋਟ ਪਾਉਣ ਤੇ ਜਿਹੜੇ ਇਲੈਕਟੋਰਲ ਕਾਲਜ ਵਾਲੇ ਆ ਉਹ ਜਾ ਕੇ ਕਿਸੇ ਹੋਰ ਨੂੰ ਪਾ ਦੇਣ। ਕਿਉਂਕਿ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਈ ਸੀਗੀ ਪ੍ਰੈਜ਼ੀਡੈਂਟ ਟਰੰਪ ਤੇ ਹਿਲਰੀ ਦੀ, ਇਹਦੇ ਵਿੱਚ ਇੱਕ ਦੋ ਸਟੇਟਾਂ ਦੇ ਵਿੱਚ ਜਿਹੜੀ ਸਟੇਟ ਤਾਂ ਜਿੱਤੀ ਹਿਲਰੀ ਨੇ ਤੇ ਲੇਕਿਨ ਜਿਹੜੇ ਉਹਦੇ ਮਤਲਬ ਬੰਦੇ ਸੀਗੇ ਅੱਗੇ ਜਿਹੜੇ ਆਏ ਇਲੈਕਟੋਰਲ ਕਾਲਜ ਦੇ ਵਿੱਚ, ਉਹਨਾਂ 'ਚ ਇੱਕ ਦੋ ਬੰਦਿਆਂ ਨੇ ਕਿਹਾ ਅਸੀਂ ਇਹਨੂੰ ਵੋਟ ਨਹੀਂ ਪਾਉਣੀ, ਅਸੀਂ ਕਿਸੇ ਹੋਰ ਨੂੰ ਪਾਉਣੀ ਆ। ਉਹ ਫਿਰ ਜਿਹੜੀ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੀ ਲੋਕਾਂ ਦੀ ਵਿਲ ਹੈ ਆਪਾਂ ਇਹ ਦੇਖਣੀ ਆ ਵੀ ਲੋਕੀ ਕਿਹਨੂੰ ਚਾਹੁੰਦੇ, ਜ਼ਿਆਦਾ ਲੋਕਾਂ ਨੇ ਵੋਟ ਕਿਹਨੂੰ ਪਾਈ ਆ। ਜੇ ਉਹ ਸਟੇਟ ਦੇ ਵਿੱਚ ਮੈਜੋਰਟੀ ਲੋਕਾਂ ਨੇ ਵੋਟ ਇੱਕ ਕੈਂਡੀਡੇਟ ਨੂੰ ਪਾਈ ਆ, ਫਰਜ਼ ਕਰੋ ਇੱਕ ਸਟੇਟ 'ਚ ਮੈਜੋਰਟੀ ਵੋਟ ਜਿਹੜੀ ਆ ਉਹ ਟਰੰਪ ਨੂੰ ਪੈਂਦੀ ਆ, ਤਾਂ ਜਿੰਨੀਆਂ ਉੱਥੋਂ ਦੀਆਂ ਇਲੈਕਟੋਰਲ ਵੋਟਸ ਨੇ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਜਾਣਗੀਆਂ, ਕਿਸੇ ਹੋਰ ਨੂੰ ਨਹੀਂ ਜਾ ਸਕਦੀਆਂ। ਸੋ ਇਹ ਜਿਹੜਾ ਰੂਲ ਆ ਅੱਜ ਮਤਲਬ ਯੂਐਸ ਸੁਪਰੀਮ ਕੋਰਟ ਨੇ ਕੀਤਾ, ਉਹਦਾ ਇਲੈਕਸ਼ਨ ਦੇ ਵਿੱਚ ਮਤਲਬ ਫਾਇਦਾ ਹੋਏਗਾ। ਸਾਰੇ ਤਾਂ ਨਹੀਂ ਇੱਦਾਂ ਕਰਦੇ, ਪਰ ਕਿਤੇ ਕਿਤੇ ਇੱਦਾਂ ਦਾ ਹੋ ਜਾਂਦਾ, ਉਹ ਵੀ ਚਲੋ ਇੱਕ ਇਲੈਕਸ਼ਨ ਦੇ ਹੈ ਕੰਸਰਨਿੰਗ। ਤੇ ਇਸ ਤੋਂ ਇਲਾਵਾ ਜਿਹੜੀ ਬਾਕੀ ਇਮੀਗ੍ਰੇਸ਼ਨ ਦੀ ਇੱਕ ਹੋਰ ਅਪਡੇਟ ਆ, ਉਹ ਇਹ ਆ ਕਿ ਪਿਛਲੇ ਹਫ਼ਤੇ ਜਿਹੜੇ ਇਮੀਗ੍ਰੇਸ਼ਨ ਦੇ ਇੱਥੇ ਜੱਜ ਨੇ ਜਿਹੜੇ ਅਸਾਈਲਮ ਦੇ ਕੇਸਾਂ ਦਾ ਫੈਸਲਾ ਕਰਦੇ ਆ ਕੋਰਟਾਂ 'ਚ, ਇਹਨਾਂ ਦੀ ਇੱਕ ਯੂਨੀਅਨ ਬਣੀ ਹੋਈ ਆ ਜੱਜਾਂ ਦੀ। ਉਸ ਯੂਨੀਅਨ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਵਰਜੀਨੀਆ 'ਚ ਆਪਣੀ ਸਰਕਾਰ ਦੇ ਖਿਲਾਫ, ਜਾਣੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕੇਸ ਕੀਤਾ ਵੀ ਇਹ ਸਾਡੀ ਗੱਲ ਨਹੀਂ ਸੁਣਦੇ, ਸਾਡੀ ਜਿਹੜੀ ਵੌਇਸ ਹੈ। ਕਿਉਂਕਿ ਉਹ ਕਹਿੰਦੇ ਵੀ ਅਸੀਂ ਵੀ ਅਮਰੀਕਨ ਸਿਟੀਜ਼ਨ ਆ, ਸਾਨੂੰ ਫਸਟ ਅਮੈਂਡਮੈਂਟ ਥੱਲੇ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਚਾਹੇ ਅਸੀਂ ਗੌਰਮੈਂਟ ਲਈ ਕੰਮ ਕਰਦੇ ਹਾਂ, ਗੌਰਮੈਂਟ ਦੇ EMPLOYEE ਆ, ਲੇਕਿਨ ਫਿਰ ਵੀ ਅਸੀਂ ਕਿਉਂਕਿ ਅਮਰੀਕਨ ਸਿਟੀਜ਼ਨ ਆ, ਸਾਨੂੰ ਆਪਣੇ ਵਿਊਜ਼ ਰੱਖਣ ਦਾ ਅਧਿਕਾਰ ਆ। ਤੇ ਜਿਹੜੀ ਇਹ ਸਰਕਾਰ ਹੈ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ, ਸਾਡੀ ਗੱਲ ਹੀ ਨਹੀਂ ਸੁਣਦੀ। ਇਹਦੇ ਕਰਕੇ ਅਸੀਂ ਆਪਣੇ ਵਿਊਜ਼ ਐਕਸਪ੍ਰੈਸ ਨਹੀਂ ਕਰ ਸਕਦੇ, ਖਾਸ ਕਰਕੇ ਜਿਹੜੇ ਆ ਕਰੋਨਾ ਵਾਇਰਸ ਨਾਲ ਰਿਲੇਟਡ ਮੈਟਰਸ ਨੇ, ਇਹਦੇ ਵਿੱਚ ਲੋਕਾਂ ਨਾਲ ਤਾਂ ਅਸੀਂ ਡੀਲ ਕਰਦੇ ਹਾਂ। ਕਿਉਂਕਿ ਜਿਹੜੀ ਹੁਣ ਇਮੀਗ੍ਰੇਸ਼ਨ ਕੋਰਟ ਆ, ਉੱਥੇ ਕੋਈ ਵੀ ਜਾ ਸਕਦਾ, ਉੱਥੇ ਰਸ਼ ਹੁੰਦਾ, ਤੇ ਉਹ ਸਾਡੀ ਗੱਲ ਸੁਣਦੇ ਨਹੀਂ ਹੈਗੇ, ਆਪਣੇ ਆਪ ਹੀ ਡਿਸੀਜਨ ਦੇਈ ਜਾਂਦੇ ਵੀ ਕਿਹਨੂੰ ਖੋਲ੍ਹਣਾ ਕਿਹਨੂੰ ਬੰਦ ਕਰਨਾ। ਤਾਂ ਉਹ ਕਹਿੰਦੇ ਵੀ ਇਹਦੇ ਬਾਰੇ ਜਿਹੜੇ ਸਾਡੇ ਜੱਜਿਸ ਨੇ, ਕਈ ਕਾਫੀ ਓਲਡ ਨੇ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ, 55 ਤੋਂ ਹੈਗੀ ਆ, ਤੇ ਉਹਨਾਂ ਨੂੰ ਕੱਲ੍ਹ ਨੂੰ ਕਿਸੇ ਨੂੰ ਕਰੋਨਾ ਹੋ ਗਿਆ ਤਾਂ ਉਹਨਾਂ ਵਾਸਤੇ ਬੜਾ ਖਤਰਨਾਕ ਹੋ ਸਕਦਾ। ਤਾਂ ਸਾਡੀ ਗੱਲ ਸੁਣੀ ਜਾਣੀ ਚਾਹੀਦੀ ਆ। ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਦੇ ਜੱਜਾਂ ਦੀ ਯੂਨੀਅਨ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕੇਸ ਕਰਤਾ। ਉਹਦਾ ਜੇ ਹੁਣ ਦੇਖੋ ਕੀ ਡਿਸੀਜਨ ਆਉਂਦਾ, ਇਹ ਡਿਵੈਲਪਮੈਂਟ ਆ। ਬਾਕੀ ਤਾਂ ਜਿਹੜੇ ਬੈਨ ਬਾਰੇ ਆਪਾਂ ਗੱਲ ਲਾਸਟ ਟਾਈਮ ਕੀਤੀ ਸੀਗੀ, ਉਹਦੇ ਬਾਰੇ ਤਾਂ ਦੋ ਤਿੰਨ ਜਿਹੜੀਆਂ ਗੱਲਾਂ, ਜਿਹੜੇ ਲੋਕਾਂ ਦੀਆਂ ਕਾਲਾਂ ਕਾਫੀ ਆ ਰਹੀਆਂ ਨੇ, ਉਹਦੇ ਬਾਰੇ ਮੈਂ ਕਲੀਅਰ ਕਰਦਾ ਵੀ ਇਹਦੇ 'ਚ ਕੌਣ ਨਹੀਂ ਆ ਬੈਨ ਦੇ ਵਿੱਚ। ਇੱਕ ਤਾਂ ਜਿਹੜੇ US ਸਿਟੀਜ਼ਨ ਦੇ ਵਿਆਹ ਦੇ ਕੇਸ ਨੇ, ਜਿਵੇਂ ਸਿਟੀਜ਼ਨ ਕਿਸੇ ਨਾਲ ਵਿਆਹ ਕਰਦਾ ਜਾ ਕੇ, ਉੱਤੇ ਬੈਨ ਨਹੀਂ ਲੱਗ ਸਕਦਾ, ਉੱਤੇ ਬੈਨ ਨਹੀਂ ਹੈਗਾ। ਜਿਹੜੇ US ਸਿਟੀਜ਼ਨ ਦੇ 21 ਸਾਲ ਤੋਂ ਘੱਟ ਬੱਚਿਆਂ ਨੇ ਬਾਹਰੋਂ ਆਉਣਾ, ਉਹਨਾਂ ਤੇ ਬੈਨ ਨਹੀਂ। ਤੀਜਾ ਇਹ ਆ ਵੀ ਜੇ US ਸਿਟੀਜ਼ਨ ਫਿਆਂਸੇ ਕੇਸ ਕਰਦਾ, ਕਿਉਂਕਿ ਸਿਟੀਜ਼ਨ ਅੰਗੇਜਮੈਂਟ ਕਰਕੇ ਵੀ ਆਪਣੇ ਫਿਆਂਸੇ ਨੂੰ ਲਿਆ ਸਕਦਾ ਬਾਹਰੋਂ, ਉਹਦੇ ਤੇ ਬੈਨ ਹੈ ਨਹੀਂ। ਇੱਕ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਇੱਥੇ ਕੇਸ ਅਪਲਾਈ ਹੁੰਦੇ ਨੇ, ਅਮਰੀਕਾ ਦੇ ਵਿੱਚ ਬੰਦੇ ਆਉਂਦੇ, ਉਹਨਾਂ ਤੇ ਕੋਈ ਬੈਨ ਨਹੀਂ। ਜਿਹੜੇ ਅਸਾਈਲਮ ਦਾ ਗ੍ਰੀਨ ਕਾਰਡ ਅਪਲਾਈ, ਕੋਈ ਨੂੰ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ, ਉਹ ਬੰਦਾ 1 ਸਾਲ ਬਾਅਦ ਗ੍ਰੀਨ ਕਾਰਡ ਕਰ ਸਕਦਾ ਅਪਲਾਈ, ਉੱਤੇ ਕੋਈ ਬੈਨ ਨਹੀਂ। ਤੇ ਇਸ ਤੋਂ ਇਲਾਵਾ ਜਿਹੜੇ ਅਸਾਈਲਮ ਵਾਲੇ ਆਪਣੇ ਬੱਚਿਆਂ ਨੂੰ ਕਰਦੇ ਆ, ਜਦੋਂ ਕਿਸੇ ਦਾ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ, ਉਹ ਆਪਣੇ ਬੱਚਿਆਂ ਲਈ 21 ਸਾਲ ਤੋਂ ਘੱਟ ਦੇ ਬੱਚੇ ਦੇ ਵਾਈਫ ਲਈ ਅਪਲਾਈ ਕਰ ਸਕਦਾ I-730 ਪਟੀਸ਼ਨ, ਉਹਦੇ ਤੇ ਵੀ ਕੋਈ ਬੈਨ ਨਹੀਂ, ਉਹ ਵੀ ਹੋ ਸਕਦਾ। ਤੇ ਇੱਕ ਜਿਹੜਾ ਮਤਲਬ ਇਹਨਾਂ ਜਿਹੜੇ ਸਾਰੀਆਂ ਕੈਟੇਗਰੀਜ਼, ਇੱਕ ਉਹਨਾਂ ਤੇ ਕੋਈ ਬੈਨ ਨਹੀਂ ਜਿਨ੍ਹਾਂ ਨੂੰ ਪਹਿਲਾਂ ਵੀਜ਼ੇ ਲੱਗੇ ਨੇ। ਜਿਵੇਂ ਫਰਜ਼ ਕਰੋ ਕਿਸੇ ਨੂੰ H1 ਵੀਜ਼ਾ ਪਹਿਲਾਂ ਇਸ਼ੂ ਹੋਇਆ, ਸਟੂਡੈਂਟ ਵੀਜ਼ਾ ਇਸ਼ੂ ਹੋਇਆ ਅਪ੍ਰੈਲ ਤੋਂ ਪਹਿਲਾਂ, ਹੁਣ ਕਿਸੇ ਨੂੰ ਮਾਰਚ, ਜਨਵਰੀ, ਫਰਵਰੀ 'ਚ ਲੱਗਿਆ, ਜਾਂ ਪਿਛਲੇ ਸਾਲ ਦਾ ਲੱਗਿਆ, ਜਾਂ ਕਿਸੇ ਨੂੰ ਵਿਜ਼ਟਰ ਵੀਜ਼ਾ ਹੀ ਲੱਗਿਆ, ਉਹ ਤੇ ਕੋਈ ਬੈਨ ਨਹੀਂਗਾ। ਉਹ ਉੱਥੋਂ ਜਦੋਂ ਵੀ ਲੋਕਡਾਊਨ ਖੁੱਲ੍ਹਦਾ ਆ ਸਕਦਾ, ਉਹਨਾਂ ਤੇ ਕੋਈ ਬੈਨ ਨਹੀਂ ਹੈ। ਹਾਂਜੀ, ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹੂੰਗੀ ਇਸ ਵੇਲੇ ਕਿ ਜਿਵੇਂ ਬੈਨ ਹਟਾਉਣ ਨੂੰ ਲੈ ਕੇ ਵੀ ਕੀ ਕੋਈ ਗੱਲਬਾਤ ਹੋ ਰਹੀ ਹੈ? ਕਿਉਂਕਿ ਜਿਵੇਂ ਅਸੀਂ ਕੈਨੇਡਾ ਦੀ ਗੱਲ ਕਰੀਏ, ਆਨਲਾਈਨ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਸ਼ੁਰੂ ਹੋ ਚੁੱਕਿਆ, 23 ਕੰਟਰੀਜ਼ ਦੇ ਵਿੱਚ ਇਹਨਾਂ ਨੇ ਆਪਣੇ ਵੀਜ਼ਾ ਸੈਂਟਰਸ ਖੋਲ੍ਹ ਦਿੱਤੇ ਨੇ। ਕੀ ਹੁਣ US ਵੀ ਇਸ ਨੂੰ ਓਪਨ ਕਰਨ ਦੀ ਤਿਆਰੀ ਦੇ ਵਿੱਚ ਹੈ, ਜਾਂ ਹਜੇ ਹੋਰ ਸਮਾਂ ਉਡੀਕ ਕਰਨੀ ਪੈਣੀ ਹੈ ਜੇ ਨਾਰਮਲ ਵੀਜ਼ਾਸ ਦੇ ਲਈ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ? ਇਹ 'ਚ ਜਿਹੜੀਆਂ ਕੈਟੇਗਰੀਆਂ ਬੈਨ ਦੇ ਅੰਡਰ ਨਹੀਂ ਆਉਂਦੀਆਂ, ਜਿਵੇਂ ਕਿ ਵਿਜ਼ਟਰ ਵੀਜ਼ਾ ਹੋ ਗਿਆ,
ਤੇ ਇਹਨੂੰ ਮਤਲਬ ਇਸ ਤਰੀਕੇ ਨਾਲ ਖੋਲ੍ਹਿਆ ਜਾ ਸਕਦਾ। ਪਰ ਜਿਹੜੀਆਂ ਕੈਟੇਗਰੀਆਂ ਬੈਨ ਦੇ ਅੰਡਰ ਹੈਗੀਆਂ, ਇਹਨਾਂ ਦੇ ਵਿੱਚ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ, ਮੇਨਲੀ ਇੱਕ ਤਾਂ H1 ਵੀਜ਼ਾ, ਜਿਹੜੇ ਬੰਦੇ ਕੰਮ ਕਰਨ ਲਈ ਆਉਂਦੇ ਆ ਇੱਥੇ, ਜਿਹੜੇ ਹਾਈਲੀ ਕੁਆਲੀਫਾਈਡ ਆ, ਜਿਵੇਂ ਡਾਕਟਰ ਹੋ ਗਏ, ਇੰਜੀਨੀਅਰ ਹੋ ਗਏ, ਜਾਂ ਜਿਹੜੇ IT ਸੈਕਟਰ ਦੇ ਹੈਗੇ ਆ। ਤੇ ਦੂਜਾ ਹੈਗਾ L1 ਵੀਜ਼ਾ, ਉਹ ਹੈਗਾ ਕੰਪਨੀਜ਼ ਦਾ। ਜਿਵੇਂ ਕੋਈ ਬੰਦਾ ਕਿਸੇ ਬਾਹਰ ਕੰਪਨੀ ਦੇ ਵਿੱਚ ਮਤਲਬ ਮੈਨੇਜਰ ਹੈ, ਤੇ ਉਹ ਬੰਦੇ ਨੇ ਇੱਥੇ ਆ ਕੇ, ਉਹ ਕੰਪਨੀ ਨੇ ਆਪਣੀ ਜਾਂ ਉਸ ਜਿਹੜੀ ਹੈਗੀ ਬਿਜ਼ਨਸ ਨੇ ਇੱਥੇ ਆਪਣੀ ਬ੍ਰਾਂਚ ਖੋਲ੍ਹਣੀ ਆ ਉਹਨੂੰ ਐਕਸਪੈਂਡ ਕਰਨ ਲਈ, ਤੇ ਉਹਨੂੰ ਇੱਥੇ ਭੇਜਣਾ, ਉਹ ਆ। ਉਸ ਤੋਂ ਬਾਅਦ F1 ਵੀਜ਼ਾ ਸਟੱਡੀ ਵੀਜ਼ਾ ਆ। ਜਿਹੜੇ ਇਦਾਂ ਦੇ ਵੀਜ਼ਿਆਂ ਤੇ ਉਹਨੇ ਬੈਨ ਲਾਇਆ, ਤੇ J ਵੀਜ਼ਾ ਹੋ ਗਿਆ, ਤੇ ਇਹਨਾਂ ਨੂੰ ਤਾਂ ਨਹੀਂ ਮਿਲਣਾ, ਕਿਉਂਕਿ ਇਹ ਤਾਂ ਦਸੰਬਰ ਤੱਕ ਬੈਨ ਹੀ ਨੇ। ਪਰ ਜਿਹੜੇ ਇਸ ਤੋਂ ਬਿਨਾਂ ਨੇ, ਜਿਵੇਂ ਵਿਜ਼ਟਰ ਵੀਜ਼ਾ ਹੋ ਗਿਆ, ਉੱਤੇ ਕੋਈ ਬੈਨ ਨਹੀਂ। ਤੇ ਜਾਂ ਜਿਹੜੀਆਂ ਹੋਰ ਕੈਟੇਗਰੀਜ਼ ਹੈਗੀਆਂ, ਮੇਨਲੀ ਜਿਵੇਂ ਫਿਆਂਸੇ ਹੈ, ਜਾਂ ਜਿਹੜੀਆਂ ਇਸ ਕਿਸਮ ਦੀਆਂ, ਉਹਨਾਂ ਤੇ ਹੋ ਸਕਦਾ ਵੀ ਉਹ ਕੁਛ ਅੱਗੇ ਤੋਂ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਦੇਣ ਜਾਂ ਚੇਂਜਸ ਕਰਨ। ਪਰ ਜਿਹੜੀਆਂ ਕੈਟੇਗਰੀਆਂ ਤੇ ਬੈਨ ਲੱਗਿਆ, ਉਹਨਾਂ ਤੇ ਕੋਈ ਚੇਂਜ ਨਹੀਂ, ਕਿਉਂਕਿ ਉਹ ਦਸੰਬਰ ਤੱਕ ਤਾਂ ਲਾਤਾ ਆਲਰੇਡੀ। ਤੇ ਉਹਦੇ ਵਿੱਚ ਤਾਂ ਜਿਹੜੇ ਬੰਦੇ ਉਸ ਕੈਟੇਗਰੀ 'ਚ ਆਉਂਦੇ ਆ, ਉਹਨਾਂ ਦਾ ਤਾਂ ਆਉਣ ਦਾ ਸਵਾਲ ਹੀ ਨਹੀਂ ਹੈਗਾ ਦਸੰਬਰ ਤੱਕ, ਉਹ ਨਹੀਂ ਆ ਸਕਣਗੇ। ਸਕਦੇ, ਪਰ ਬਹੁਤਿਆਂ ਦੀਆਂ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਸਪਾਊਸ ਦੇ ਬੇਸ ਦੇ ਉੱਤੇ ਐਪਲੀਕੇਸ਼ਨਸ ਬਹੁਤ ਲੱਗੀਆਂ ਹੋਈਆਂ ਨੇ, ਮੈਰਿਜ ਬੇਸ ਦੇ ਉੱਤੇ, ਤੇ ਹਜੇ ਤੱਕ ਵੇਟ ਕਰ ਰਹੇ ਨੇ ਕਿ ਕਦੋਂ ਇੰਟਰਵਿਊਜ਼ ਦੇ ਲਈ ਓਪਨ ਹੋਣਗੇ। ਕਈਆਂ ਨੇ ਕਾਫੀ ਲੰਬੇ ਅਰਸੇ ਤੋਂ ਵੇਟਿੰਗ ਪੀਰੀਅਡ ਉਹਨਾਂ ਦਾ ਚੱਲ ਰਿਹਾ ਵਾ, ਤੇ ਐਪਲੀਕੇਸ਼ਨ ਹੁਣ ਵੇਟ ਸੀ ਕਿ ਕਦੋਂ ਇੰਟਰਵਿਊਜ਼ ਆਉਣਗੀਆਂ। ਉਹਨਾਂ ਦਾ ਹੁਣ ਕੀ ਇੰਟਰਵਿਊਜ਼ ਨੂੰ ਲੈ ਕੇ ਪ੍ਰੋਸੈਸਿੰਗ ਦਿੱਲੀ ਦੇ ਵਿੱਚ ਸ਼ੁਰੂ ਹੋਏਗੀ ਜਾਂ ਮੁੰਬਈ ਦੇ ਵਿੱਚ? ਦੇਖੋ, ਇਹ ਹੈ ਤਾਂ ਬਹੁਤ ਜ਼ਿਆਦਾ ਮੰਦਭਾਗਾ, ਕਿਉਂਕਿ ਦੇਖੋ ਜਿਵੇਂ ਕਿਸੇ ਬੰਦੇ ਨੇ 2005 'ਚ ਅਪਲਾਈ ਕੀਤਾ, ਉਹਦੀ ਹੁਣ ਵਾਰੀ ਆਹ ਸਾਲ 'ਚ ਆਉਣੀ ਸੀਗੀ, ਉਹਨੂੰ ਉਡੀਕਦੇ ਨੂੰ ਹੁਣ 15 ਸਾਲ ਹੋ ਗਏ। ਜਾਂ ਕਿਸੇ ਨੇ 2008 'ਚ ਕੀਤਾ, ਉਹਨਾਂ ਦਾ ਜਿਹੜੀਆਂ ਹੁਣ ਉਡੀਕ ਰਹੇ ਸੀ, ਤੇ ਉਹ ਮਤਲਬ ਸਾਰਾ ਕੁਛ ਹੀ ਇਹਦੇ ਕਰਕੇ ਉਹਨਾਂ ਦਾ ਜਿਹੜਾ ਹੈਗਾ ਉੱਤੇ ਥੱਲੇ ਹੋ ਗਿਆ, ਤੇ ਬੜਾ ਮੁਸ਼ਕਿਲ ਹੈ। ਤੇ ਇਹਦੇ 'ਚ ਹੁਣ ਦਸੰਬਰ ਤੱਕ ਤਾਂ ਨਹੀਂ ਇੰਟਰਵਿਊ ਆਉਣ ਲੱਗੀ ਉਹਨਾਂ ਦੀ, ਦਸੰਬਰ ਤੋਂ ਬਾਅਦ ਆਏਗੀ, ਤੇ ਉਹਦੇ ਨਾਲ ਥੋੜ੍ਹਾ ਡਿਲੇ ਤਾਂ ਹੋਏਗਾ ਹੀ। ਜਿਨ੍ਹਾਂ ਦੇ ਹੁਣ ਇੰਟਰਵਿਊ ਆਹ ਸਾਲ ਆਉਣੀ ਸੀ, ਪਰ ਜਿਹੜੀਆਂ ਅਗਲੀਆਂ ਡੇਟਾਂ ਆਉਣੀਆਂ, ਜਿਵੇਂ ਹੁਣ ਆਹ ਸਾਲ 5 ਖਤਮ ਹੋ ਜਾਂਦਾ, ਅਗਲੇ ਸਾਲ 2006 ਸ਼ੁਰੂ ਹੋ ਜਾਣਾ ਸੀ, ਹੁਣ 6 ਜਾ ਕੇ 2022 'ਚ ਸ਼ੁਰੂ ਹੋਊਗਾ, ਪਹਿਲਾਂ ਤਾਂ 5 ਹੀ ਖਤਮ ਹੋਊਗਾ 21 'ਚ। ਇੱਦਾਂ ਡਿਲੇ ਹੋਏਗੀ, ਤੇ ਉਹਨਾਂ ਵਾਸਤੇ ਬੜਾ ਔਖਾ ਹੈ। ਪਰ ਹੁਣ ਜੇ ਇਸ ਐਡਮਿਨਿਸਟ੍ਰੇਸ਼ਨ ਨੇ ਬੈਨ ਲਾਇਆ, ਤਾਂ ਇਹਨੂੰ ਹੁਣ ਕੀ ਕੀਤਾ ਜਾ ਸਕਦਾ? ਇਹ ਹੁਣ ਵੇਟ ਹੀ ਕਰਨੀ ਪੈਣੀ ਆ, ਤੇ ਹੋਪਫੁਲੀ ਇਹ ਜੇ ਬੈਨ ਦਸੰਬਰ ਤੋਂ ਬਾਅਦ ਖਤਮ ਹੁੰਦਾ, ਤਾਂ ਫਿਰ ਉਹ ਸਾਰੀਆਂ ਕੈਟੇਗਰੀਆਂ ਦੁਬਾਰਾ ਚੱਲ ਪੈਣਗੀਆਂ। ਕਹਿੰਦੀ ਹੈ ਕਿ US ਦੇ ਇਮੀਗ੍ਰੇਸ਼ਨ ਸਿਸਟਮ ਨੂੰ ਕਾਫੀ ਧੱਕਾ ਪਹੁੰਚ ਰਿਹਾ, ਕਿਉਂਕਿ ਇਹ ਵੀ ਖਬਰ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਆਈ ਹੋਈ ਹੈ ਕਿ ਹੁਣ US ਦੇ ਵਿੱਚ ਜਿਹੜੇ H1 ਵੀ ਵੀਜ਼ਾ ਧਾਰਕ ਸੀ, ਵੱਡੀ ਗਿਣਤੀ ਵਿੱਚ ਹੁਣ ਕੈਨੇਡਾ ਵੱਲ ਨੂੰ ਉਹ ਰੁਖ ਕਰਨਾ ਸ਼ੁਰੂ ਕਰ ਰਹੇ ਨੇ। ਹਾਂ, ਇਹ ਤਾਂ ਹੈ ਹੀ ਹੈ ਜੀ, ਕਿਉਂਕਿ ਜਿਹੜਾ ਇਹਨਾਂ ਨੇ ਹੁਣ ਟਫ ਕੀਤਾ, ਉਹਦਾ ਹੁਣ ਜਿਹੜਾ ਕਈ ਲੋਕਾਂ ਦਾ ਕੈਨੇਡਾ ਵੱਲ ਰੁਖ ਹੋ ਜਾਊਗਾ, ਕਿਉਂਕਿ ਕੈਨੇਡੀਅਨ ਜਿਹੜੀ ਇਮੀਗ੍ਰੇਸ਼ਨ ਕਾਫੀ ਲਿਬਰਲ ਹੈ ਇਹਨਾਂ ਦੇ ਮੁਕਾਬਲੇ ਦੇ ਵਿੱਚ, ਤੇ ਉਹਦਾ ਅਸਰ ਤਾਂ ਜਿਹੜਾ ਹੈਗਾ ਉਹ ਪੈਣਾ ਹੀ ਆ ਇਸ ਚੀਜ਼ ਦਾ। ਸੋ ਇਸ ਕਰਕੇ ਇਹਦਾ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਨੂੰ ਨੁਕਸਾਨ ਹੋਏਗਾ। ਬਲਕਿ ਇੱਥੋਂ ਤੱਕ ਕਿ ਜਿਹੜੀ ਇਹਨਾਂ ਦੀ ਇਮੀਗ੍ਰੇਸ਼ਨ ਸਰਵਿਸ ਆ, ਉਹਦੇ ਕੋਲ ਆਪਣਾ ਖਰਚਾ ਚੱਕਣ ਵਾਸਤੇ USCIS ਕੋਲ ਪੈਸੇ ਹੈ ਨਹੀਂਗੇ, ਤੇ ਉਹ ਇਹ ਕਹਿ ਰਹੇ ਆ ਕਿ ਸਾਨੂੰ ਜੇ ਤੁਸੀਂ 1.2 ਬਿਲੀਅਨ ਨਾ ਦਿੱਤਾ ਅਗਸਤ ਤੱਕ, ਤਾਂ ਅਸੀਂ ਆਪਣੇ ਕਾਫੀ ਇੰਪਲੋਈਜ਼ ਜਿਹੜੇ ਫਰਲੋ ਤੇ ਭੇਜ ਦੇਣੇ ਆ, ਉਹਨਾਂ ਨੂੰ ਛੁੱਟੀ ਤੇ ਭੇਜ ਦੇਣਾ। ਉਹ ਵੀ ਮਤਲਬ ਬਹੁਤ ਜ਼ਿਆਦਾ ਇੰਪਲੋਈਜ਼ ਨੂੰ ਜਿਹੜੇ ਨੋਟਿਸ ਮਿਲ ਗਏ ਆ ਕਿ ਤੁਸੀਂ ਫਰਲੋ ਤੇ ਜਾਓ, ਛੁੱਟੀ ਤੇ ਜਾਓ। ਤੇ ਮੈਨੂੰ ਲੱਗਦਾ ਵੀ ਇਹਦਾ ਵੀ ਹੁਣ ਕਾਫੀ ਅਸਰ ਪਏਗਾ, ਕਿਉਂਕਿ ਜੇ ਹੁਣ ਉਹਨਾਂ ਨੂੰ ਫੰਡ ਨਾ ਕੀਤਾ US ਕਾਂਗਰਸ ਨੇ, ਤਾਂ ਇਮੀਗ੍ਰੇਸ਼ਨ ਦੇ ਵੀ ਜ਼ਿਆਦਾ ਇੰਪਲੋਈ ਜੇ ਛੁੱਟੀ ਤੇ ਚਲੇ ਗਏ, ਤਾਂ ਉੱਥੇ ਜਿਹੜੀਆਂ ਇੰਟਰਵਿਊਆਂ ਹੁਣ ਆਉਣੀਆਂ, ਕਿਸੇ ਦੀ ਸਿਟੀਜ਼ਨਸ਼ਿਪ ਦੀ ਆਉਣੀ ਆ, ਕਿਸੇ ਦੀ ਗ੍ਰੀਨ ਕਾਰਡ ਦੀ ਆਉਣੀ ਆ, ਕਿਸੇ ਦਾ ਕੁਛ ਆਉਣਾ, ਉਹ 'ਤੇ ਵੀ ਅਸਰ ਪਏਗਾ। ਸੋ ਇਹਦਾ ਅਸਰ ਤਾਂ ਸਾਰੇ ਪਾਸੇ ਹੀ ਆ। ਇਮੀਗ੍ਰੇਸ਼ਨ ਸਰਵਿਸ ਅਮਰੀਕਾ ਦੀ ਤੇ ਅਸਰ ਆ, ਜਿਹੜੇ ਲੋਕਾਂ ਨੂੰ ਇਮੀਗ੍ਰੇਸ਼ਨ ਮਿਲਣੀ ਆ ਜਿਹੜੇ ਇਹਨਾਂ ਕੈਟੇਗਰੀਆਂ ਤੇ, ਉਹਨਾਂ ਤੇ ਅਸਰ ਆ, ਜਿਨ੍ਹਾਂ ਨੇ ਫਿਊਚਰ 'ਚ ਨਵਾਂ ਅਮਰੀਕਾ ਆਉਣਾ ਉਹਨਾਂ ਤੇ ਅਸਰ ਆ। ਸੋ ਸਾਰਿਆਂ ਤੇ ਅਸਰ ਆ। ਸੋ ਇਸ ਕਰਕੇ ਇਹ ਫੈਸਲਾ ਜਿਹੜਾ ਹੈਗਾ ਇਹ ਮਤਲਬ ਸਹੀ ਨਹੀਂ ਆ, ਕਿਉਂਕਿ ਇਹ ਜਿਹੜੇ ਮਤਲਬ ਬਾਹਰੋਂ ਬੰਦੇ ਆ ਰਹੇ ਨੇ, ਉਹਨਾਂ ਦਾ ਤਾਂ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦਾ ਕਰੋਨਾ ਵਾਇਰਸ ਲਿਆਉਣ ਦੇ ਵਿੱਚ ਤਾਂ ਕੋਈ ਹੱਥ ਹੈ ਨਹੀਂ, ਉਹ ਤਾਂ ਅਮਰੀਕਾ ਆਏ ਹੀ ਨਹੀਂ ਅਜੇ ਤੱਕ। ਸੋ ਇਸ ਕਰਕੇ ਉਹਨਾਂ ਦੀ ਬਕਾਇਦਾ ਮੈਡੀਕਲ ਹੁੰਦਾ ਆਉਣ ਤੋਂ ਪਹਿਲਾਂ। ਜਿਹੜੇ ਇਮੀਗ੍ਰੈਂਟ ਵੀਜ਼ੇ ਆ ਸਾਰੇ, ਤੇ ਜੇ ਹੁਣ ਮੈਡੀਕਲ ਦੇ ਵਿੱਚ ਕੋਈ ਮਤਲਬ ਕਰੋਨਾ ਪੋਜ਼ੀਟਿਵ ਹੋਵੇ, ਤਾਂ ਉਹਨੂੰ ਵੀਜ਼ਾ ਕਿੱਦਾਂ ਮਿਲੂਗਾ? ਸੋ ਜਿਹੜਾ ਕਲੀਅਰ ਆ, ਜਿਹਨੂੰ ਕੋਈ ਬਿਮਾਰੀ ਨਹੀਂ, ਉਹਨੂੰ ਆਉਣ 'ਚ ਇੱਥੇ ਕੀ ਪ੍ਰੋਬਲਮ ਹੈ? ਤੇ ਜਿਹੜੀਆਂ ਹੁਣ ਜੌਬਸ ਨੇ, ਉਹ ਇਹਨਾਂ ਦੀ ਹਿਸਟਰੀ ਪ੍ਰੂਵ ਕਰਦੀ ਆ ਵੀ ਇਮੀਗ੍ਰੇਸ਼ਨ ਦੇ ਨਾਲ, ਇਮੀਗ੍ਰੈਂਟਸ ਦੇ ਆਉਣ ਨਾਲ ਜੌਬਾਂ ਹੋਰ ਕ੍ਰੀਏਟ ਹੁੰਦੀਆਂ, ਨਾ ਕਿ ਜੌਬਾਂ ਡਿਸਪਲੇਸ ਹੁੰਦੀਆਂ। ਕਿਉਂਕਿ ਜਿਹੜੇ ਬਾਹਰ ਦੇ ਬੰਦੇ ਕੰਮ ਕਰਦੇ, ਜਿੰਨੀ ਮਿਹਨਤ ਕਰਦੇ ਆ, ਇੱਥੋਂ ਦੇ ਲੋਕਲ ਬੰਦੇ ਉਹ ਕੰਮ ਨਹੀਂ ਕਰਦੇ। ਸੋ ਇਸ ਕਰਕੇ ਬਾਹਰ ਦੇ ਬੰਦੇ ਸਗੋਂ ਲੋਕਾਂ ਨੂੰ ਹੋਰ ਜੌਬਾਂ ਜਿਹੜੀਆਂ ਉਹ ਬਣਾ ਕੇ ਦਿੰਦੇ ਆ, ਕ੍ਰੀਏਟ ਕਰਕੇ ਦਿੰਦੇ ਆ। ਉਹਦਾ ਫਾਇਦਾ ਹੀ ਆ, ਉਹਦਾ ਕੋਈ ਨੁਕਸਾਨ ਨਹੀਂ ਹੋਇਆ ਹੁਣ ਤੱਕ ਅਮਰੀਕਾ ਨੂੰ। ਸੋ ਇਸ ਕਰਕੇ ਇਹ ਪਾਲਿਸੀ ਦਾ ਅਲਟੀਮੇਟਲੀ ਜਿਹੜਾ ਦਾ ਆਪਣਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉਹਦੇ ਬਜਟ 'ਤੇ ਵੀ ਬਹੁਤ ਜ਼ਿਆਦਾ ਸਟ੍ਰੇਨ ਪੈ ਰਿਹਾ, ਤੇ ਉਹਨਾਂ ਨੂੰ ਉਹ ਇਹ ਕਹਿ ਰਹੇ ਆ ਵੀ ਅਸੀਂ ਆਪਣੇ ਇੰਪਲੋਈ ਛੁੱਟੀ 'ਤੇ ਭੇਜ ਦੇਣੇ, ਅਸੀਂ ਖਰਚਾ ਨਹੀਂ ਚੱਕ ਸਕਦੇ ਆਪਣਾ। ਉਹਦੇ ਨਾਲ ਜਿਹੜੇ ਫੈਮਲੀਜ਼ ਨੇ ਉਹਨਾਂ 'ਤੇ ਅਸਰ ਆ, ਜਿਨ੍ਹਾਂ ਨੇ ਆਉਣਾ ਸੀ, ਜਾਂ ਉੱਥੇ ਉਹ ਕਿਸੇ ਦੇ ਬੱਚੇ ਨੇ ਅੱਗੇ ਸਕੂਲ 'ਚ ਐਡਮਿਸ਼ਨ ਨਹੀਂ ਲਈ, ਜਾਂ ਹੋਰ ਨਹੀਂ ਲਈ, ਵੀ ਅਮਰੀਕਾ ਚਲੇ ਹੀ ਜਾਣਾ ਸੀ, ਉਹਨਾਂ 'ਤੇ ਅਸਰ ਆ।
ਤੇ ਸਾਰੇ ਕੁਝ ਤੇ ਹੀ ਅਸਰ ਆ। ਸੋ ਬੇਸਿਕਲੀ ਇਹ ਜਿਹੜੀ ਪਾਲਿਸੀ ਹੈਗੀ ਆ ਇਹ ਮਤਲਬ ਠੀਕ ਨਹੀਂ ਹੈਗੀ। ਚਾਹੂੰਗੀ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਕੀ ਇਸ ਵਕਤ ਐਕਸੈਪਟ ਹੋ ਰਹੀਆਂ ਨੇ? ਖਾਸ ਤੌਰ ਤੇ ਜਿਹੜੇ ਸਿਟੀਜ਼ਨਸ਼ਿਪ ਨੂੰ ਲੈ ਕੇ ਟੈਸਟ ਹੋਣੇ ਸੀ, ਕੀ ਉਹ ਚੱਲ ਪਏ ਨੇ, ਸ਼ੁਰੂ ਹੋ ਰਹੇ ਨੇ? ਨਹੀਂ, ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਾਂ ਤਾਂ ਪਹਿਲਾਂ ਵੀ ਲੈ ਰਹੇ ਸੀਗੇ। ਐਪਲੀਕੇਸ਼ਨਾਂ ਸਾਰੀਆਂ ਲੈ ਰਹੇ ਆ, ਜਿਵੇਂ ਕਿਸੇ ਨੇ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ, ਕਿਸੇ ਨੇ ਵਰਕ ਪਰਮਿਟ ਕਰਨਾ, ਕਿਸੇ ਨੇ ਸਿਟੀਜ਼ਨਸ਼ਿਪ ਕਰਨਾ, ਗ੍ਰੀਨ ਕਾਰਡ ਆ, ਉਹ ਐਪਲੀਕੇਸ਼ਨਾਂ ਲੈ ਰਹੀ ਹੈ USCIS। ਹੁਣ 4 ਜੂਨ ਤੋਂ ਬਾਅਦ ਇਹਨਾਂ ਨੇ ਇੰਟਰਵਿਊਆਂ ਦੇਣੀਆਂ ਸ਼ੁਰੂ ਕਰਤੀਆਂ। ਹੁਣ ਜਿਹੜੇ USCIS ਦੇ ਡਿਫਰੈਂਟ ਆਫਿਸਿਸ ਨੇ ਉੱਥੇ ਇੰਟਰਵਿਊਆਂ ਆ ਰਹੀਆਂ ਨੇ, ਉਹਦੇ 'ਚ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਆਂ ਵੀ ਆ ਰਹੀਆਂ, ਗ੍ਰੀਨ ਕਾਰਡ ਦੀ ਕਿਸੇ ਦੀ ਉਹ ਵੀ ਆ ਰਹੀ ਆ, ਤੇ ਉਹ ਇੰਟਰਵਿਊਜ਼ ਕਰ ਰਹੇ ਨੇ, ਪਰ ਸੋਸ਼ਲ ਡਿਸਟੈਂਸਿੰਗ ਨੂੰ ਰੱਖ ਕੇ ਕਰ ਰਹੇ ਆ। ਸੋ ਜੇ ਕਿਸੇ ਨੇ ਅਪਲਾਈ ਹੁਣ ਕੀਤਾ ਉਹਨੂੰ ਇੰਟਰਵਿਊ ਆਏਗੀ। ਸੋ ਇੰਟਰਵਿਊ ਉਹਨਾਂ ਦੀ ਸ਼ੁਰੂ ਹੋ ਗਈਆਂ ਹੋਣੀਆਂ, ਪਰ ਇਹ ਆ ਵੀ ਥੋੜ੍ਹੀ ਜਿਹੀ ਡਿਲੇ ਹੈਗੀ, ਕਿਉਂਕਿ ਜ਼ਿਆਦਾ ਬੰਦਿਆਂ ਨੂੰ ਇੰਟਰਵਿਊ ਨਹੀਂ ਕਰਦੇ ਉਹ। ਵੀ ਜਿਵੇਂ ਅੱਗੇ ਹੁੰਦਾ ਸੀ ਵੀ ਜੇ ਹਾਲ ਦੀ ਕਪੈਸਿਟੀ 200 ਬੰਦੇ ਦੀ ਆ ਤਾਂ 200 ਹੀ ਬੁਲਾ ਲਿਆ ਉੱਥੇ, ਜਾਂ 100 ਬੁਲਾ ਲਿਆ। ਹੁਣ ਉਹ ਥੋੜ੍ਹੇ ਬੁਲਾਉਂਦੇ ਆ, ਕਿਉਂਕਿ ਉਹਨਾਂ ਨੂੰ ਬਿਠਾਉਣ ਲਈ ਜਾਂ ਇੰਟਰਵਿਊ ਕਰਨ ਲਈ ਉਹ ਸੋਸ਼ਲ ਡਿਸਟੈਂਸਿੰਗ ਰੱਖਦੇ ਆ। ਪਰ ਉਹਨਾਂ ਨੇ ਕੰਮ ਸ਼ੁਰੂ ਕਰਤਾ, ਜਿਹੜੀਆਂ ਸਿਟੀਜ਼ਨਸ਼ਿਪ ਤੇ ਗ੍ਰੀਨ ਕਾਰਡ ਦੀਆਂ ਇੰਟਰਵਿਊਜ਼ ਨੇ ਉਹ ਆਉਣ ਲੱਗ ਗਈਆਂ ਹੁਣ। ਜੀ। ਸ਼ਿਪ ਦੀ ਐਪਲੀਕੇਸ਼ਨਸ ਤੋਂ ਬਾਅਦ ਮੈਂ ਦੂਸਰਾ ਜਿਹੜਾ ਪੁੱਛਣਾ ਚਾਹੂੰਗੀ, ਸਟੂਡੈਂਟਸ ਨੂੰ ਲੈ ਕੇ ਪੁੱਛਣਾ ਚਾਹੂੰਗੀ। ਇਸ ਵਕਤ ਜਿਵੇਂ H1B ਵੀਜ਼ਾ ਨੂੰ ਲੈ ਕੇ ਵੀ ਸਖਤੀ ਕੀਤੀ ਹੋਈ ਆ, ਜਿਹੜੇ ਸਟੂਡੈਂਟਸ ਨੂੰ ਇਸ ਵਕਤ ਸਟੱਡੀ ਵੀਜ਼ਾ ਮਿਲਿਆ ਹੋਇਆ, ਆਨਲਾਈਨ ਸਟੱਡੀਜ਼ ਕਰ ਰਹੇ ਨੇ, ਕਿ ਕੱਲ੍ਹ ਨੂੰ ਉਹ ਉੱਥੇ ਜਾ ਕੇ ਸਟੱਡੀ ਕਰ ਪਾਉਣ ਲਈ ਪੂਰੇ ਸਮਰੱਥ ਹੋਣਗੇ? ਤੇ ਦੂਜਾ, ਕੀ ਸਟੱਡੀ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਇਸ਼ੂ ਹੋ ਸਕੇਗਾ? ਜਿਹੜਾ ਸਟੂਡੈਂਟ ਵੀਜ਼ੇ ਦਾ ਹੈਗਾ, ਦੇਖੋ ਉਹ ਮਤਲਬ ਇਹਨਾਂ ਨੇ ਹੁਣ ਜਿਨ੍ਹਾਂ ਨੂੰ ਆਲਰੇਡੀ ਮਿਲਿਆ ਹੋਇਆ ਉਹ ਤਾਂ ਇੱਥੇ ਪੜ੍ਹ ਹੀ ਰਹੇ ਆ, ਤੇ ਮਤਲਬ ਉਹ ਇੱਥੇ ਆ ਵੀ ਸਕਦੇ ਆ ਜੇ ਕੋਈ ਬੰਦੇ ਨੂੰ ਮਿਲਿਆ ਪਰ ਨਹੀਂ ਆ ਸਕਿਆ ਲਾਕਡਾਊਨ ਕਰਕੇ। ਜਿਹਨੂੰ ਨਹੀਂ ਵੀਜ਼ਾ ਮਿਲਿਆ, ਅਜੇ ਇੰਟਰਵਿਊ ਨਹੀਂ ਆਈ, ਉਹਨੂੰ ਪ੍ਰੋਬਲਮ ਹੈਗੀ ਆ। ਤੇ ਜਿਹੜਾ ਉਹਦਾ ਮਤਲਬ ਜਦੋਂ ਹੁਣ ਸਟੱਡੀ ਤੋਂ ਬਾਅਦ ਜਿਹੜਾ ਕੰਮ ਕਰਨ ਦੇ ਉੱਤੇ ਪਾਬੰਦੀ ਹੈਗੀ ਆ, ਤੇ ਉਹਨਾਂ ਨੂੰ ਆਪੋ ਆਪਣੇ ਸਕੂਲ ਦੇ ਨਾਲ ਕੰਟੈਕਟ ਕਰਨਾ ਚਾਹੀਦਾ ਇਹਦੇ ਬਾਰੇ, ਕਿਉਂਕਿ ਜ਼ਿਆਦਾ ਹੁਣ ਪ੍ਰੋਬਲਮ ਇਹ ਆ ਵੀ ਸਕੂਲ ਵੀ ਆਨਲਾਈਨ ਨੇ। ਕਿਉਂਕਿ ਅਮਰੀਕਾ ਦੇ ਵਿੱਚ ਹੁਣ ਇਹ ਜਿਹੜੇ ਸਕੂਲ ਤੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ, ਉਹਨਾਂ ਨੇ ਆਪਸ਼ਨ ਦਿੱਤੀ ਹੋਈ ਆ ਵੀ ਅਜੇ ਤੱਕ ਤਾਂ ਆਨਲਾਈਨ ਹੀ ਆ, ਕਿਉਂਕਿ ਕਰੋਨਾ ਬਹੁਤ ਜ਼ਿਆਦਾ। ਪਰ ਫਾਲ ਦੇ ਵਿੱਚ ਜਦੋਂ ਹੁਣ ਜਿਹੜਾ ਫਾਲ ਦਾ ਸਮੈਸਟਰ ਸ਼ੁਰੂ ਹੋਊਗਾ ਸਪਟੈਂਬਰ 'ਚ, ਉਹਦੇ 'ਚ ਮੇਰਾ ਖਿਆਲ ਆ ਵੀ ਸ਼ਾਇਦ ਇਹ ਜਿਹੜੀਆਂ ਮਤਲਬ ਕੁਛ ਕਲਾਸਿਸ ਜਿਹੜੀਆਂ ਉਹ ਇਨ ਸਕੂਲ ਕਰਨ, ਕੁਛ ਆਨਲਾਈਨ ਹੋਵੇ, ਤੇ ਉਹਦੇ 'ਚ ਉਹਨਾਂ ਨੂੰ ਚਾਹੀਦਾ ਵੀ ਆਪੋ ਆਪਣੇ ਸਕੂਲ ਨਾਲ ਕੰਟੈਕਟ ਕਰਨ, ਤੇ ਉਹਦੇ ਨਾਲ ਉਹ ਬੈਟਰ ਦੱਸ ਸਕਦੇ ਉਹਨਾਂ ਨੂੰ। ਜੇ ਉਹਨਾਂ ਨੇ ਇੱਥੇ ਆਉਣਾ ਸਰ, ਕੀ ਉਹਨਾਂ ਨੂੰ ਕੋਈ ਲੈਟਰ ਵਗੈਰਾ ਪਹਿਲਾਂ ਐਪਲੀਕੇਸ਼ਨ ਦੀ ਜ਼ਰੂਰਤ ਹੈਗੀ ਹੈ ਸਕੂਲ, ਜਾਂ ਫਿਰ ਆਪਣੇ ਕੰਪਨੀ ਦੇ ਬੰਨਿਓ ਕਿ ਇਹਨਾਂ ਦੀ ਇੱਥੇ ਜ਼ਰੂਰਤ ਹੈਗੀ ਹੈ ਤਾਂ ਹੀ ਉਹਨਾਂ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਏਗੀ? ਇਸ ਵਕਤ ਜਿਨ੍ਹਾਂ ਨੂੰ H1B ਵੀਜ਼ਾ ਜਿਵੇਂ ਮਿਲ ਚੁੱਕੇ ਨੇ, ਵਰਕ ਪਰਮਿਟ 'ਤੇ ਇੱਥੇ ਆਉਣਾ ਚਾਹੁੰਦੇ ਨੇ ਹੁਣ US ਦੇ ਵਿੱਚ, ਕੀ ਉਹਨਾਂ ਨੂੰ ਆਉਣ ਵੇਲੇ ਪਹਿਲਾਂ ਕੋਈ ਕੰਪਨੀ ਬੰਨਿਓ ਵੀ ਕੋਈ ਲੈਟਰ ਵਗੈਰਾ ਲੈਣੀ ਪੈਣੀ ਹੈ? ਨਹੀਂ, ਇਸ ਤਰ੍ਹਾਂ ਜੇ ਕਿਸੇ ਨੂੰ H1 ਆਲਰੇਡੀ ਇਸ਼ੂ ਹੋਇਆ ਪਹਿਲਾਂ ਦਾ ਕਿਸੇ ਕੰਪਨੀ ਵੱਲੋਂ, ਉਹ ਆ ਸਕਦਾ, ਪਰ ਉਹ ਰਿਕੁਆਇਰਮੈਂਟ 에ਅਰਲਾਈਨ ਦੀ ਤਾਂ ਨਹੀਂ ਹੋਏਗੀ ਵੀ ਜੌਬ ਲੈਟਰ ਚਾਹੀਦੀ ਆ। ਪਰ ਅਸੀਂ ਇਹ ਰਿਕਮੈਂਡ ਕਰਦੇ ਹਾਂ ਵੀ ਜਿਹੜੀ ਕੰਪਨੀ ਵੱਲੋਂ ਉਹਨਾਂ ਨੂੰ H1 ਮਿਲਿਆ, ਉਹਨਾਂ ਦੀ ਇੱਕ ਰੀਸੈਂਟ ਜੌਬ ਲੈਟਰ ਆਪਣੇ ਕੋਲ ਰੱਖਣ, ਕਿਉਂਕਿ ਜੇ ਇੱਥੇ ਆ ਕੇ ਕੋਈ 에ਅਰਪੋਰਟ 'ਤੇ ਉਹਨਾਂ ਨੂੰ ਪੁੱਛਦੇ ਆ ਇਮੀਗ੍ਰੇਸ਼ਨ ਵਾਲੇ ਵੀ ਤੁਸੀਂ ਕਿੱਥੇ ਕੰਮ ਕਰਨਾ ਕੀ ਆ, ਤੇ ਉਹਨਾਂ ਨੂੰ ਉਹਦਾ ਹੋਵੇ। ਪਰ ਜਿਹਦੀ ਆਲਰੇਡੀ ਸਟੈਂਪਿੰਗ ਹੋ ਚੁੱਕੀ ਆ, ਉੱਥੇ ਅੰਬੈਸੀ 'ਚ ਵੀਜ਼ਾ ਲੱਗ ਗਿਆ ਇੰਡੀਆ 'ਚ, ਉਹ ਆ ਸਕਦਾ। ਪਰ ਜਿਹਦੀ ਸਟੈਂਪਿੰਗ ਨਹੀਂ ਹੋਈ ਅਜੇ, ਵੀਜ਼ਾ ਨਹੀਂ ਲੱਗਿਆ ਉੱਥੇ, ਵੀ ਉਹਦੀ ਕੋਈ ਇੰਟਰਵਿਊ ਆਉਣੀ ਸੀਗੀ H1 ਦੀ, ਪਰ ਉਹ ਨਹੀਂ ਆ ਸਕਿਆ, ਤੇ ਉਹਦੀ ਜਿਹੜੀ ਪ੍ਰੋਬਲਮ ਇਹ ਹੈਗੀ ਆ ਕਿ ਉਹਨੂੰ ਹੁਣ ਲਾਕਡਾਊਨ ਤੋਂ ਬਾਅਦ ਜਦੋਂ ਅੰਬੈਸੀ ਖੁੱਲ੍ਹੇਗੀ, ਜਿਹੜੀ ਅਮਰੀਕਨ ਅੰਬੈਸੀ ਹੈਗੀ ਆ ਆਪਣਾ ਮੁੰਬਈ ਜਾਂ ਦਿੱਲੀ 'ਚ, ਉਹ 'ਚ ਪ੍ਰੋਬਲਮ ਆਏਗੀ, ਤੇ ਉਹਨਾਂ ਨੂੰ ਹੋ ਸਕਦਾ ਵੀਜ਼ਾ ਨਾ ਮਿਲੇ। ਕਿਉਂਕਿ ਕਾਫੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਵੀ ਕਾਫੀ ਬੰਦੇ ਲੇ ਆਫ ਕੀਤੇ ਆ, ਉਹਨਾਂ ਦੇ ਵੀ ਮਤਲਬ ਜਿਹੜੀਆਂ ਵੱਡੀਆਂ ਕੰਪਨੀਆਂ ਨੂੰ ਛੱਡ ਕੇ, ਜਿਵੇਂ ਹੁਣ ਐਮਾਜ਼ੋਨ ਹੋ ਗਈ, ਐਪਲ ਹੋ ਗਿਆ, ਗੂਗਲ ਹੋ ਗਿਆ, ਮਾਈਕਰੋਸਾਫਟ ਹੋ ਗਿਆ, ਯਾਹੂ, ਇਹਨਾਂ ਨੂੰ ਤਾਂ ਨਹੀਂ ਫਰਕ ਪਿਆ, ਪਰ ਜਿਹੜੀਆਂ ਛੋਟੀਆਂ ਨੇ ਉਹਨਾਂ ਨੂੰ ਫਰਕ ਜ਼ਰੂਰ ਪਿਆ। ਉਹਨਾਂ ਨੇ ਕਾਫੀ ਇੰਪਲੋਈਜ਼ ਲੇ ਆਫ ਕੀਤੇ ਆ। ਇਹਦਾ ਨੈਚੁਰਲੀ H1 'ਤੇ ਵੀ ਅਸਰ ਪਏਗਾ। ਸੋ ਇਸ ਕਰਕੇ ਇਹ ਸਾਰੀ ਚੀਜ਼ ਦਾ, ਕਿਉਂਕਿ ਉਹ 'ਤੇ ਅਸਰ ਹੈਗਾ ਹੀ ਹੈਗਾ, ਇਹਨਾਂ ਨੂੰ ਚਾਹੀਦਾ ਵੀ ਆਪਣੀ ਕੰਪਨੀ ਨਾਲ ਲਿੰਕ ਜ਼ਰੂਰ ਕਰਨ, ਤੇ ਆਪਣਾ ਇੱਕ ਜਿਹੜਾ ਰੀਸੈਂਟ ਜੌਬ ਲੈਟਰ ਕੋਲ ਰੱਖਣ ਆਉਣ ਤੋਂ ਪਹਿਲਾਂ। ਹੁਣ ਆਉਣ ਦਾ ਮਸਲਾ ਇਹ ਆ ਵੀ ਅਜੇ ਤੱਕ ਲਾਕਡਾਊਨ ਆ, ਏਅਰਲਾਈਨਾਂ ਸਾਰੀਆਂ ਜੇ ਮਤਲਬ ਸ਼ੁਰੂ ਨਹੀਂ ਹੋਈਆਂ, ਤਾਂ ਇਹ ਹੁਣ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਕਿੰਨੇ ਵੱਧ ਰਹੇ ਆ, ਜਿਨ੍ਹਾਂ ਨੇ ਇੰਡੀਆ ਤੋਂ ਆਉਣਾ, ਤੇ ਇੱਥੇ ਵੀ ਵੱਧ ਰਹੇ ਆ। ਸੋ ਇਸ ਕਰਕੇ ਇਹਦਾ ਵੀ ਜਿਹੜੀ ਫਰਦਰ ਡਿਲੇ ਹੋਏਗੀ ਇਹਦੇ ਨਾਲ। ਸਰ, ਇਹ ਵੀ ਸੁਣਨ ਦੇ ਵਿੱਚ ਹੈ ਕਿ ਵੰਦੇ ਭਾਰਤ ਮਿਸ਼ਨ ਫਲਾਈਟਸ ਨੂੰ ਲੈ ਕੇ US ਨੇ ਵੀ ਕੁਝ ਆਪੱਤੀ ਜਤਾਈ ਸੀ ਕਿ ਭਾਰਤ ਆਪਣੇ ਨਾਗਰਿਕ ਲੈਣ ਦੇ ਲਈ ਦੂਜੇ ਫਲਾਈਟਸ ਵੀ ਜਿਹੜੀਆਂ ਪਹਿਲਾਂ ਫੁੱਲ ਲੈ ਕੇ ਆਉਂਦਾ ਆ। ਸੋ ਇਸ ਵਕਤ ਜਿਵੇਂ ਕਈ ਇੰਡੀਅਨਸ ਨੇ ਸਟਕ ਹੋ ਚੁੱਕੇ ਨੇ, ਵੀਜ਼ਾ ਉਹਨਾਂ ਦਾ ਆਲਮੋਸਟ ਐਕਸਪਾਇਰ ਹੋਣ ਵਾਲਾ ਆ, ਉਹਨਾਂ ਦੇ ਲਈ ਤੁਸੀਂ ਕੀ ਆਪਸ਼ਨ ਦੋਗੇ? ਕਿਉਂਕਿ ਇਹ ਸੁਣਨ 'ਚ ਆ ਰਿਹਾ ਕਿ ਜੇਕਰ ਤੁਸੀਂ ਆਪਦਾ ਵੀਜ਼ਾ ਐਕਸਟੈਂਡ ਨਹੀਂ ਕਰਵਾਉਂਦੇ ਹੈਗੇ, ਤਾਂ ਹੋ ਸਕਦਾ ਕਿ ਨੈਕਸਟ ਟਾਈਮ ਜਦੋਂ ਤੁਸੀਂ US ਵਿਜ਼ਿਟ ਕਰੋ ਤਾਂ ਤੁਹਾਨੂੰ ਆਉਣ ਵੇਲੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹਦੇ ਬਾਰੇ ਤਰਨਜੀਤ ਜੀ, ਆਪਾਂ ਆਪਣੇ ਜਿਹੜੇ ਪੁਰਾਣੇ ਪ੍ਰੋਗਰਾਮਾਂ ਦੇ ਵਿੱਚ ਹਮੇਸ਼ਾ ਹੀ ਦੱਸਦੇ ਆ ਰਹੇ ਹਾਂ ਕਿ ਜੇ ਕਿਸੇ ਦੀ ਐਂਟਰੀ ਜਿਹੜੀ 6 ਮਹੀਨੇ ਦੀ ਮਿਲੀ ਆ ਉਹ ਖਤਮ ਹੋਣ ਵਾਲੀ ਆ, ਤਾਂ ਉਹਨੂੰ ਚਾਹੀਦਾ ਵੀ I-539 ਫਾਰਮ ਭਰ ਕੇ ਐਂਟਰੀ ਐਕਸਟੈਂਡ ਕਰਾਵੇ। ਆਪਣੇ ਆਪ ਉਹ ਐਕਸਟੈਂਡ ਨਹੀਂ ਹੋ ਜਾਣੀ, ਤੇ ਇਹਦੇ ਕਰਕੇ ਕਰੋਨਾ ਵਾਇਰਸ ਜਾਂ ਲਾਕਡਾਊਨ ਕਰਕੇ ਉਹਨੂੰ ਆਪਣੇ ਆਪ ਹੀ ਐਕਸਟੈਂਸ਼ਨ ਆ ਜਾਏਗੀ।
ਉਹ ਉਹਨੂੰ ਫਾਰਮ ਭਰੇ, ਉਹਦੀ ਬਕਾਇਦਾ ਫੀਸ ਹੈਗੀ ਆ, ਉਹ ਤਾਰੇ ਤੇ ਉਹ ਤਾਰ ਕੇ ਤਾਂ ਉਹਨੂੰ ਉਹ ਇਹ ਲਿਖੇ ਵੀ ਮੈਨੂੰ ਜਿਹੜਾ ਹੈਗਾ ਡਿਊ ਟੂ ਦਾ ਲੋਕਡਾਊਨ ਉਹਦੇ ਕਰਕੇ ਮੇਰੀ ਜਿਹੜੀ ਫਲਾਈਟ ਅਵੇਲੇਬਲ ਨਹੀਂ ਹੈਗੀ ਤੇ ਮੇਰੀਆਂ ਫਲਾਈਟਸ ਕੈਂਸਲ ਹੋ ਗਈਆਂ, ਆਈ ਕੈਨੋਟ ਗੋ ਬੈਕ। ਤੇ ਉਹਦੀ ਬੇਸ ਤੇ ਉਹ ਜੇ ਆਪਣਾ ਮਤਲਬ ਕਰਦਾ ਤਾਂ ਉਹਨੂੰ ਐਕਸਟੈਂਡ ਕਰ ਦੇਣਗੇ। ਇਹਨਾਂ ਨੇ ਕਿਹਾ ਵੀ ਅਸੀਂ ਐਕਸਟੈਂਡ ਕਰਾਂਗੇ। ਪਰ ਜੇ ਹੁਣ ਕਿਸੇ ਬੰਦੇ ਦੀ ਆਲਰੇਡੀ ਐਂਟਰੀ ਖਤਮ ਹੋ ਗਈ ਆ, ਉਹਨੇ ਕੋਈ ਐਕਸਟੈਂਸ਼ਨ ਨਹੀਂ ਪਾਈ, ਉਹਨੂੰ ਆਉਣ ਲੱਗੇ ਪ੍ਰੋਬਲਮ ਆ ਸਕਦੀ ਆ ਕਿ ਉੱਪਰ ਉਹਨੂੰ ਐਕਸਪਲੇਨ ਕਰਨਾ ਪਏਗਾ ਵੀ ਕਿਉਂ ਨਹੀਂ ਪਾਈ। ਜਿਵੇਂ ਹੁਣ ਵਾਪਸ ਆਏਗਾ, ਜੇ ਤਾਂ ਉਹਦਾ ਕੋਈ ਵੈਲਿਡ ਰੀਜ਼ਨ ਹੈਗਾ, ਹੋ ਸਕਦਾ ਮਾਫ ਵੀ ਕਰ ਦੇਣ ਇਸ ਹਾਲਾਤ 'ਚ, ਪਰ ਉਹ ਡਿਪੈਂਡ ਕਰੇਗਾ ਵੀ ਉਹ ਜਦੋਂ ਵਾਪਸ ਆਉਂਦਾ ਉਹਦੀ ਇੰਟਰਵਿਊ ਕਿਹੜੇ ਏਅਰਪੋਰਟ ਤੇ ਹੁੰਦੀ ਆ, ਕਿਹੜਾ ਅਫਸਰ ਆ, ਤੇ ਉਹਨੂੰ ਐਂਟਰੀ ਉਹ ਨਾ ਵੀ ਕਰ ਸਕਦੇ ਆ ਇਸ ਗੱਲ ਕਰਕੇ ਕਿ ਤੂੰ ਓਵਰਸਟੇ ਕਰ ਗਿਆ, ਤੇਰੀ ਓਵਰਸਟੇ ਹੋ ਗਈ, ਉਹਦੇ ਕਰਕੇ ਤੈਨੂੰ ਜਿਹੜਾ ਅਸੀਂ ਐਂਟਰੀ ਨਹੀਂ ਦੇ ਸਕਦੇ। ਸੋ ਸਾਰਿਆਂ ਨੂੰ ਹਾਈਲੀ ਰਿਕਮੈਂਡਡ ਆ ਜਿਹਦੀ ਐਂਟਰੀ ਅਜੇ ਖਤਮ ਹੋਣ 'ਚ ਟਾਈਮ ਹੈ, ਜਿਵੇਂ ਕਿਸੇ ਦੇ ਜੁਲਾਈ ਦੇ ਐਂਡ 'ਚ ਖਤਮ ਹੋਣੀ ਆ ਤੇ ਜਾਂ ਇਵਨ ਜੇ 15 ਜੁਲਾਈ ਨੂੰ ਵੀ ਹੋਣੀ ਆ, ਉਹੋ ਜਿਹੇ ਬੰਦਿਆਂ ਨੂੰ ਚਾਹੀਦਾ ਵੀ ਐਕਸਟੈਂਸ਼ਨ ਪਾ ਦੇਣ। ਉਦੋਂ ਬਾਅਦ ਉਹ ਐਕਸਟੈਂਡ ਜ਼ਰੂਰ ਹੋਏਗਾ ਤੇ ਜੇ ਨਹੀਂ ਪਾਉਣਗੇ ਤਾਂ ਆਪਣੇ ਆਪ ਇਹਦੀ ਪ੍ਰੋਬਲਮ ਆਏਗੀ ਤੇ ਦੁਬਾਰਾ ਐਂਟਰੀ ਵੇਲੇ ਜਿਹੜੀ ਆ ਉਹ ਹੁਣ ਬੰਦਾ ਹੋਰ ਮਹੀਨੇ 2 ਮਹੀਨੇ ਨੂੰ ਚਲਿਆ ਗਿਆ, ਵਾਪਸ ਮੁੜ ਕੇ ਅਗਲੇ ਸਾਲ ਆਏਗਾ ਤਾਂ ਹੋ ਸਕਦਾ ਉਦੋਂ ਕਹਿਣ ਤੂੰ ਓਵਰਸਟੇ ਕਰ ਗਿਆ, ਉਹਨੂੰ ਐਂਟਰੀ ਨਾ ਦੇਣ। ਸੋ ਇਹ ਹਾਲਾਤ ਦੇ ਵਿੱਚ ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਐਂਟਰੀ ਵਧਾਉਣ ਦੀ ਕੋਸ਼ਿਸ਼ ਕਰੋ। ਤੇ ਜਿਨ੍ਹਾਂ ਨੇ ਇਹਦੇ 'ਚ ਮੈਂ ਇੱਕ ਗੱਲ ਹੋਰ ਦੱਸਦਾ ਤਰਨਜੀਤ ਜੀ, ਕਈ ਬੰਦਿਆਂ ਨੇ ਅਪਲਾਈ ਕੀਤਾ, ਉਹਨਾਂ ਨੂੰ ਲੈਟਰ ਆ ਗਏ ਇਮੀਗ੍ਰੇਸ਼ਨ ਦੇ ਤੇ ਵੀ ਸਾਨੂੰ ਤੁਹਾਡਾ ਕੇਸ ਮਿਲ ਗਿਆ, ਫੀਸ ਮਿਲ ਗਈ ਆ, ਕਿਉਂਕਿ ਇਹਦੀ ਫੀਸ ਆ $370 ਤੇ 85 ਫਿੰਗਰਪ੍ਰਿੰਟ ਦੀ। ਤੇ ਉਹਦੇ 'ਚ ਜੇ ਉਹ ਲੈਟਰ ਆ ਗਏ ਤਾਂ ਉਹਦਾ ਡਿਸੀਜਨ ਇੱਕਦਮ ਨਹੀਂ ਆਉਣਾ, ਉਹ ਵੇਟ ਕਰਨ, ਕਿਉਂਕਿ ਕਈਆਂ ਨੂੰ ਇਹ ਹੁੰਦਾ ਵੀ ਸਾਡਾ ਤਾਂ ਸਾਨੂੰ 2 ਮਹੀਨੇ ਹੋ ਗਏ ਐਕਸਟੈਂਸ਼ਨ ਅਪਲਾਈ ਕੀਤੇ ਨੂੰ ਤੇ ਅਜੇ ਤੱਕ ਆਈ ਨਹੀਂ। ਪਰ ਜੇ ਉਹਨੂੰ ਲੈਟਰ ਆ ਗਿਆ, ਉਹਦਾ ਇਮੀਗ੍ਰੇਸ਼ਨ ਨੇ ਮਤਲਬ ਭੇਜਤਾ ਵੀ ਸਾਡੇ ਕੋਲ ਤੁਹਾਡੀ ਇਹ ਜਿਹੜਾ ਕੇਸ ਪਹੁੰਚ ਗਿਆ ਐਕਸਟੈਂਸ਼ਨ ਵਾਲਾ, ਤਾਂ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਆ। ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਉਹ ਜਾਣਾ ਵੀ ਚਾਹੁੰਦੇ ਇਹਦੇ ਵਿੱਚ ਤਾਂ ਜਾ ਸਕਦੇ ਆ। ਜਿਵੇਂ ਫਰਜ਼ ਕਰੋ ਕਿਸੇ ਬੰਦੇ ਨੇ ਅਜੇ ਤੱਕ ਵੀਜ਼ਾ ਐਕਸਟੈਂਸ਼ਨ ਦੀ ਅਪਰੂਵਲ ਨਹੀਂ ਆਈ, ਪਰ ਉਹ ਜਾਣਾ ਚਾਹੁੰਦਾ, ਪਰ ਜਿਹਨੇ ਵੇਟ ਕਰਨੀ ਉਹ ਵੇਟ ਕਰ ਸਕਦਾ, ਐਕਸਟੈਂਸ਼ਨ ਆ ਜਾਏਗੀ ਤੇ ਉਹਨੂੰ ਇੰਨੇ ਜ਼ਿਆਦਾ ਮਤਲਬ ਇਹ 'ਚ ਵਰੀ ਕਰਨ ਦੀ ਲੋੜ ਨਹੀਂ, ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਵੀ ਥੋੜ੍ਹੀ ਡਿਲੇ ਆ, ਉਹ ਟਾਈਮ ਲੱਗ ਰਿਹਾ ਇਹਨੂੰ। ਤੇ ਪਰ ਜਿਹਨੇ ਅਪਲਾਈ ਨਹੀਂ ਕੀਤਾ, ਪ੍ਰੋਬਲਮ ਉਹਦੀ ਆ, ਉਹਨੂੰ ਮਤਲਬ ਐਂਟਰੀ ਵੇਲੇ ਪ੍ਰੋਬਲਮ ਆ ਸਕਦੀ ਆ। ਹੁਣ ਕਈ ਤਰਨਜੀਤ ਜੀ ਇੱਦਾਂ ਦੇ ਵੀ ਸਵਾਲ ਸਾਨੂੰ ਪੁੱਛਦੇ ਆ, ਆਪਾਂ ਪ੍ਰੋਗਰਾਮ 'ਚ ਵੀ ਸਮੇਂ-ਸਮੇਂ ਸਿਰ ਹਮੇਸ਼ਾ ਦੱਸਦੇ ਰਹਿੰਦੇ ਆ ਵੀ ਜਿਵੇਂ ਕੋਈ ਇੰਡੀਆ ਗਿਆ ਬੰਦਾ, ਉਹਨੂੰ 6 ਮਹੀਨੇ ਹੋਣ ਵਾਲੇ ਆ ਜਾਂ 6 ਮਹੀਨੇ ਤੋਂ ਉੱਪਰ ਹੋ ਗਏ ਗ੍ਰੀਨ ਕਾਰਡ ਹੋਲਡਰ ਨੂੰ, ਵੀ ਉਹ ਕੀ ਕਰੇ। ਦੇਖੋ ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਜੇ ਉਹਨੇ ਸਿਟੀਜ਼ਨਸ਼ਿਪ ਲੈਣੀ ਆ ਤਾਂ ਉਹਨੂੰ 6 ਮਹੀਨੇ ਦੇ ਵਿੱਚ ਵਾਪਸ ਮੁੜਨਾ ਪੈਂਦਾ। ਪਰ ਜੇ ਉਹਦੇ ਕੋਲੇ ਕੋਈ ਵੈਲਿਡ ਰੀਜ਼ਨ ਆ, ਜੇ ਉਹਦੇ ਕੋਲੇ ਰੀਜ਼ਨ ਆ ਕਿ ਉਹ ਨਹੀਂ ਆ ਸਕਦਾ 6 ਮਹੀਨੇ 'ਚ, ਤਾਂ ਉਹਨੂੰ ਜਿਹੜਾ ਹੈਗਾ ਮਤਲਬ ਬੇਸਿਕਲੀ ਉਹ ਆਪਣਾ ਅਪਲਾਈ ਕਰ ਸਕਦਾ, ਅੰਬੈਸੀ ਨੂੰ ਕਵੇ ਜਾਂ ਸਟੇਟ ਡਿਪਾਰਟਮੈਂਟ ਨੂੰ ਕਵੇ ਵੀ ਮੇਰੀ ਜਿਹੜੀ ਹੈਗੀ ਆ ਉਹ ਮੈਨੂੰ ਵਾਪਸ ਭੇਜੋ, ਕਿਉਂਕਿ ਜਿਹੜਾ ਸਟੇਟ ਡਿਪਾਰਟਮੈਂਟ ਜਾਂ US ਅੰਬੈਸੀ ਆ, ਉਹ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨਸ ਨੂੰ ਵਾਪਸ ਭੇਜ ਰਹੀ ਆ, ਠੀਕ ਆ, ਕਿਸੇ ਤਰੀਕੇ ਨਾਲ। ਪਰ ਜੇ ਕੋਈ ਆਉਣਾ ਹੀ ਨਹੀਂ, ਆ ਹੀ ਨਹੀਂ ਸਕਦਾ ਜਾਂ ਆਉਣਾ ਚਾਹੁੰਦਾ ਨਹੀਂ, ਜਾਂ ਫਰਜ਼ ਕਰੋ ਕਿਸੇ ਨੂੰ ਮੈਡੀਕਲ ਪ੍ਰੋਬਲਮ ਵੀ ਹੋ ਜਾਂਦੀ, ਜਿਵੇਂ ਉੱਥੇ ਜਾ ਕੇ ਬਿਮਾਰ ਹੋ ਗਿਆ ਜਾਂ ਕੁਛ ਆ, ਉਹ ਜਿਹੇ ਨੂੰ ਜੇ ਮਹੀਨਾ 2 ਮਹੀਨੇ ਓਵਰ ਵੀ ਹੋ ਜਾਏਗਾ ਤਾਂ ਕੋਈ ਗੱਲ ਨਹੀਂ। ਜੇ ਉਹਦੇ ਕੋਲ ਰਿਟਰਨ ਟਿਕਟ ਹੈਗੀ 6 ਮਹੀਨੇ ਦੇ ਵਿੱਚ, ਤੇ ਉਹ ਇਹ ਸ਼ੋਅ ਕਰ ਸਕਦਾ ਵੀ ਮੇਰੇ ਕੋਲ ਟਿਕਟ ਸੀਗੀ, ਮੈਨੂੰ ਲੋਕਡਾਊਨ ਕਰਕੇ 에ਅਰਲਾਈਨ ਨੇ ਆਉਣ ਨਹੀਂ ਦਿੱਤਾ, ਤਾਂ ਉਹ ਮਤਲਬ ਉਹਦੇ ਅਗੇਂਸਟ ਨਹੀਂ ਜਾਏਗੀ, ਉਹਨੂੰ ਉਹ ਚੀਜ਼ ਦਾ ਫਾਇਦਾ ਹੋਏਗਾ। ਉਹ ਜਿਵੇਂ 8 ਮਹੀਨੇ 7 ਬਾਅਦ ਵੀ ਆ ਸਕਦਾ। ਪਰ ਫੇਰ ਵੀ ਮੇਰੀ ਰეკਮੈਂਡੇਸ਼ਨ ਆ ਵੀ ਜਿਹੜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਇੰਡੀਆ ਗਏ ਆ ਜਾਂ ਹੋਰਾਂ ਮੁਲਕਾਂ 'ਚ ਗਏ ਆ, ਉੱਥੇ ਫਸੇ ਆ, ਉਹਨਾਂ ਨੂੰ ਚਾਹੀਦਾ ਵੀ ਉਹ ਅੰਬੈਸੀ ਨਾਲ ਤੇ ਸਟੇਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਇੱਥੇ ਆਉਣ ਦੀ ਕੋਸ਼ਿਸ਼ ਕਰਨ, ਤੇ ਉਹ ਉਹਨਾਂ ਲਈ ਬੈਟਰ ਆ। ਜੀ ਸਰ, ਹਜੇ ਵੀ ਕਈਆਂ ਦੇ ਇਹ ਹੈ ਕਿ ਕਈਆਂ ਦੀ ਹਜੇ ਹੈਗੀ ਆ ਇਸ ਵਕਤ ਇੱਥੇ ਸਟੇ ਦਾ ਟਾਈਮ ਲਿਮਿਟ ਹੈਗਾ 2 ਮਹੀਨੇ 3 ਮਹੀਨੇ ਦਾ, ਤੇ ਹਜੇ ਉਹ ਵੇਟਿੰਗ ਪੀਰੀਅਡ 'ਚ ਚੱਲਦੇ ਪਏ ਨੇ। ਕਿੰਨਾ ਕੁ ਟਾਈਮ ਪਹਿਲਾਂ ਸਾਨੂੰ ਇਸ ਦੇ ਲਈ ਤਿਆਰੀ ਕਰਨੀ ਚਾਹੀਦੀ, ਜਾਂ ਕਿੰਨਾ ਕੁ ਟਾਈਮ ਪਹਿਲਾਂ ਸਾਨੂੰ ਅਪਰੋਚ ਕਰਨੀ ਪੈਣੀ ਆ ਕਿ ਸਾਡਾ ਜਿਹੜਾ ਟਾਈਮ ਪੀਰੀਅਡ ਪੂਰਾ ਹੋਣ ਲੱਗਿਆ ਤੇ ਐਕਸਟੈਂਸ਼ਨ ਲਈ ਅਪਲਾਈ ਕੀਤਾ ਜਾਵੇ? ਕਿੰਨਾ ਟਾਈਮ ਪੀਰੀਅਡ ਮਾਰਜਨ ਵਿੱਚ ਚੱਲਣਾ ਚਾਹੀਦਾ, ਕਿੰਨੇ ਟਾਈਮ ਦਾ ਪ੍ਰੋਸੈਸ ਹੋਏਗਾ? ਜਿਹੜੀ ਦੇਖੋ ਇਹ 2 ਕਿਸਮ ਦਾ, ਜਿਹੜਾ ਤਾਂ ਇੱਥੇ ਵਿਜ਼ਟਰ ਵੀਜ਼ੇ ਤੇ ਆਇਆ ਤੇ ਉਹਦੀ ਐਂਟਰੀ ਖਤਮ ਹੋਣ ਵਾਲੀ ਆ, ਉਹ ਤਾਂ ਮਤਲਬ ਐਕਸਟੈਂਸ਼ਨ ਜਿਹੜੀ ਹੈਗੀ ਆ ਉਹ ਅਪਲਾਈ ਕਰ ਸਕਦਾ। ਉਹਨੂੰ ਚਾਹੇ ਹਫਤਾ ਵੀ ਰਹਿ ਗਿਆ ਤਾਂ ਵੀ ਕਰ ਸਕਦਾ, ਜੇ ਮਹੀਨਾ ਰਹਿ ਗਿਆ ਤਾਂ ਵੀ ਕਰ ਸਕਦਾ, ਤੇ ਲੇਕਿਨ ਐਂਟਰੀ ਖਤਮ ਹੋਣ ਤੋਂ ਪਹਿਲਾਂ ਕਰ ਸਕਦਾ। ਪਰ ਜਿਹੜਾ ਬੰਦਾ ਇੰਡੀਆ ਗਿਆ ਹੋਇਆ, ਜੇ ਉਹਨੇ ਉੱਥੇ ਰਹਿਣ ਦੀ 2 ਸਾਲ ਦੀ ਪਰਮਿਸ਼ਨ ਲੈਣੀ ਆ ਜਾਂ ਰੀ-ਐਂਟਰੀ ਪਰਮਿਟ ਇੱਥੇ 2 ਸਾਲ ਦਾ, ਉਹ ਇੰਡੀਆ ਤੋਂ ਨਹੀਂ ਮਿਲਦਾ, ਉਹਨੂੰ ਅਮਰੀਕਾ ਤੋਂ ਇੱਥੋਂ ਲੈ ਕੇ ਜਾਣਾ ਪੈਂਦਾ। ਜਿਵੇਂ ਕਈ ਬੰਦੇ ਨੇ, ਜਿਵੇਂ ਉਹਨਾਂ ਕੋਲ ਗ੍ਰੀਨ ਕਾਰਡ ਆ, ਪਰ ਉਹ ਉੱਥੇ ਪੜ੍ਹਦੇ ਆ ਫਰਜ਼ ਕਰੋ, ਜਾਂ ਕਈ ਸਰਕਾਰੀ ਨੌਕਰੀ ਕਰਦੇ ਆ, ਉਹਨਾਂ ਨੂੰ ਛੁੱਟੀ ਦੀ ਪ੍ਰੋਬਲਮ ਆ, ਉਹਨਾਂ ਨੂੰ 2 ਸਾਲ ਦੀ ਚਾਹੀਦੀ ਆ। ਉਹ ਜਿਹੜੀ 2 ਸਾਲ ਦੀ ਜਿਹੜੀ ਪਰਮਿਸ਼ਨ ਆ, ਤੇ ਉਹਨੂੰ ਅਸੀਂ ਰੀ-ਐਂਟਰੀ ਪਰਮਿਟ ਕਹਿੰਦੇ ਆ 2 ਸਾਲ ਦਾ, ਉਹ ਜਿਹੜਾ ਹੈਗਾ ਉਹ ਇੱਥੇ ਅਪਲਾਈ ਹੁੰਦਾ ਅਮਰੀਕਾ 'ਚ, ਉਹ ਉੱਥੇ ਅੰਬੈਸੀ ਜਾਂ ਇੰਡੀਆ ਤੋਂ ਅਪਲਾਈ ਨਹੀਂ ਹੋ ਸਕਦਾ। ਸੋ ਉਹਨੂੰ ਇੱਥੋਂ ਲੈ ਕੇ ਜਾਣਾ ਚਾਹੀਦਾ। ਲੇਕਿਨ ਜਿਹੜਾ ਉੱਦਾਂ ਹੀ ਚਲਿਆ ਗਿਆ, ਲੈ ਕੇ ਨਹੀਂ ਗਿਆ, ਉਹਨੂੰ 6 ਮਹੀਨੇ ਦੇ ਵਿੱਚ ਵਾਪਸ ਆਉਣਾ ਪੈਂਦਾ। ਜੇ ਉਹ 6 ਮਹੀਨੇ 'ਚ ਨਹੀਂ ਆ ਸਕਦਾ,
ਉਹਦੇ ਕੋਲ ਕੋਈ ਵੈਲਿਡ ਰੀਜ਼ਨ ਚਾਹੀਦਾ, ਜਿਵੇਂ ਜਾਂ ਤਾਂ ਉਹਦੇ ਕੋਲ ਟਿਕਟ ਹੋਵੇ ਰਿਟਰਨ ਵੀ, ਮੈਂ ਆਉਣ ਦੀ ਕੋਸ਼ਿਸ਼ ਕੀਤੀ ਪਰ ਲੋਕਡਾਊਨ ਸੀਗਾ, ਸੋ ਆਈ ਕੁਡਨਟ ਕਮ, ਜਾਂ ਉਹਦੀ ਕੋਈ ਸਿਹਤ ਖਰਾਬ ਹੈ, ਜਿਵੇਂ ਕਈ ਬੰਦੇ ਬਿਮਾਰ ਹੋ ਜਾਂਦੇ ਆ, ਜਾਂ ਕਿ ਇਹਦਾ ਪਾਸਪੋਰਟ ਹੀ ਐਕਸਪਾਇਰ ਹੋ ਗਿਆ ਇੰਡੀਆ ਦਾ ਤੇ ਉਹ ਪਾਸਪੋਰਟ ਰਿਨਿਊ ਹੋਣ 'ਚ ਦੇਰ ਹੋ ਰਹੀ, ਇੱਦਾਂ ਦਾ ਕੋਈ ਰੀਜ਼ਨ ਹੋਵੇ ਤਾਂ ਉਹ 6 ਮਹੀਨੇ ਤੋਂ ਵੱਧ, ਜਿਵੇਂ 7-8 ਮਹੀਨੇ 'ਚ ਵੀ ਆ ਸਕਦਾ। ਤੇ ਪਰ ਜਿਹਨੂੰ ਹੁਣ ਸਾਲ ਹੀ ਆਉਣ ਵਾਲਾ ਹੋ ਗਿਆ, ਜੇ ਉਹ ਸਾਲ ਤੋਂ ਵੱਧ ਇੰਡੀਆ ਰਹਿ ਗਿਆ, ਫਿਰ ਉਹਦੇ ਗ੍ਰੀਨ ਕਾਰਡ ਤੇ ਪ੍ਰੋਬਲਮ ਆਈ, ਕਿਉਂਕਿ ਜੇ ਸਾਲ ਤੋਂ ਵੱਧ ਰਹਿ ਜਾਵੇ ਵਿਦਆਊਟ ਪਰਮਿਸ਼ਨ, ਉਹਦਾ ਗ੍ਰੀਨ ਕਾਰਡ ਕੈਂਸਲ ਹੋ ਸਕਦਾ। ਜੀ, ਜਿਵੇਂ ਕੋਈ ਬੰਦਾ ਅੱਜ ਕੰਟਰੀ ਤੋਂ ਬਾਹਰ ਗਿਆ ਤੇ ਉੱਥੇ ਉਹ ਸਾਲ ਤੋਂ ਵੱਧ ਰਹਿ ਗਿਆ ਤੇ ਉਹਨੇ ਕੋਈ ਪਰਮਿਸ਼ਨ ਨਹੀਂ ਲਈ ਜਾਣ ਦੀ ਇੱਥੋਂ, ਜਿਵੇਂ ਜਿਹੜੀ ਹੁੰਦੀ 2 ਸਾਲ ਦਾ ਰੀ-ਐਂਟਰੀ ਪਰਮਿਟ ਲਿਆ, ਉਹਦਾ ਜਿਹੜਾ ਗ੍ਰੀਨ ਕਾਰਡ ਆ ਉਹ ਮਤਲਬ ਖਤਮ ਹੋ ਸਕਦਾ ਸਾਲ ਤੋਂ ਵੱਧ। ਉਹਦੇ ਵਾਸਤੇ ਉਹਨੂੰ ਐਮਬੈਸੀ ਨੂੰ ਕੰਟੈਕਟ ਕਰਨਾ ਪਏਗਾ ਉੱਥੇ, ਤੇ ਐਮਬੈਸੀ ਨੂੰ ਕੰਟੈਕਟ ਕਰਕੇ ਦੱਸੇ ਵੀ ਕੀ ਵਜ੍ਹਾ, ਕਿ ਕੀ ਉਹਦੇ ਕੋਲੇ ਮਤਲਬ ਟਿਕਟ ਸੀਗੀ ਉਹ ਆ ਨਹੀਂ ਸਕਿਆ, ਤੇ ਜਿਹੜਾ ਲੋਕਡਾਊਨ ਕਰਕੇ ਜਾਂ ਜੋ ਵੀ ਵਜ੍ਹਾ ਹੋਵੇ ਤਾਂ ਉਹ ਉਹਨੂੰ ਆਉਣ ਦੀ ਪਰਮਿਸ਼ਨ ਦੇ ਸਕਦੇ। ਜਦੋਂ ਇੱਥੇ ਆ ਗਿਆ ਤੇ ਫਿਰ ਉਹਦਾ ਜਿਹੜਾ ਰੀ-ਐਂਟਰੀ ਪਰਮਿਟ ਜਾਂ ਜੋ ਵੀ ਇੱਥੋਂ ਅਪਲਾਈ ਹੋਏਗਾ। ਸੋ ਉਹਨਾਂ ਨੂੰ ਤਾਂ ਇਹੀ ਐਡਵਾਈਸ ਹੈ ਮੇਰੀ, ਜਿਹੜੇ ਗ੍ਰੀਨ ਕਾਰਡ ਹੋਲਡਰ ਬਾਹਰ ਨੇ, ਕਿ ਉਹ ਐਮਬੈਸੀ ਨਾਲ ਤੇ ਸਟੇਟ ਡਿਪਾਰਟਮੈਂਟ ਨਾਲ ਕੰਟੈਕਟ ਕਰਕੇ ਇੱਥੇ ਆਉਣ ਦੀ ਕੋਸ਼ਿਸ਼ ਕਰਨ, ਤਾਂ ਕਿ ਜਿੰਨੀ ਜਲਦੀ ਹੋ ਸਕਿਆ ਉਹ ਇੱਥੇ ਅਮਰੀਕਾ 'ਚ ਆਉਣ ਤੇ ਉਹ ਮਤਲਬ ਜ਼ਿਆਦਾ ਉੱਥੇ ਵੇਟ ਨਾ ਕਰਨ, ਕਿਉਂਕਿ ਜਿਹੋ ਜਿਹੇ ਇੰਡੀਆ ਦੇ ਹਾਲਾਤ ਨੇ ਉੱਥੇ ਬਹੁਤ ਜ਼ਿਆਦਾ ਕਰੋਨਾ ਵਾਇਰਸ ਹੈ, ਉਹਦੇ ਕਰਕੇ ਹੋ ਸਕਦਾ ਵੀ ਅਜੇ ਹੋਰ ਹੀ ਏਅਰਲਾਈਨਾਂ ਹੋਰ ਮਹੀਨਾ 2 ਮਹੀਨੇ ਨਾਲ ਚੱਲਣ ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ। ਦਰਸ਼ਕਾਂ ਨੂੰ ਜ਼ਰੂਰ ਦੱਸਦਾ, ਸਾਨੂੰ ਲਗਾਤਾਰ ਕਾਲਸ ਆ ਰਹੀਆਂ ਨੇ, ਇੱਕ ਟੈਕਨੀਕਲ ਗਲਿਚ ਦੇ ਕਰਕੇ ਕਾਲਸ ਫਾਰਵਰਡ ਨਹੀਂ ਅਸੀਂ ਕਰ ਪਾ ਰਹੇ ਹੈਗੇ। ਸੋ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਤੁਹਾਨੂੰ, ਤੁਸੀਂ ਫੇਸਬੁੱਕ ਦੇ ਉੱਤੇ ਆਪਣੀ ਪੂਰੀ ਡਿਟੇਲ ਲਿਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਫੇਸਬੁੱਕ ਦੇ ਜ਼ਰੀਏ ਅੱਜ ਤੁਹਾਡੇ ਸਵਾਲ ਜਿਹੜੇ ਆ ਉਹ ਜਸਪ੍ਰੀਤ ਜੀ ਤੱਕ ਪਹੁੰਚਾਏ ਜਾਣ। ਸੋ ਕਾਲ ਅਸੀਂ ਅੱਜ ਇਸ ਵਕਤ ਕੋਈ ਟੈਕਨੀਕਲ ਪ੍ਰੋਬਲਮ ਦੇ ਕਰਕੇ ਅਟੈਂਡ ਨਹੀਂ ਕਰ ਪਾ ਰਹੇ। ਸਰ, ਮੈਂ ਥੋੜਾ ਡਿਪੋਰਟੇਸ਼ਨ ਦੇ ਕੇਸਿਸ ਦੇ ਬਾਰੇ ਵਿੱਚ ਵੀ ਜਾਣਨਾ ਚਾਹੂੰਗੀ ਕਿ ਜਿਹੜੇ ਇਸ ਵਕਤ ਡਿਪੋਰਟੇਸ਼ਨ ਦੀ ਤਲਵਾਰ ਜਿਨ੍ਹਾਂ ਦੇ ਉੱਤੇ ਲਟਕ ਰਹੀ ਹੈ, ਕੀ ਉਹ ਮੁੜ ਤੋਂ ਅਪੀਲ ਕਰ ਸਕਦੇ ਨੇ, ਜਾਂ ਫਿਰ ਜਿਨ੍ਹਾਂ ਦੇ ਉੱਤੇ ਨੂੰ ਆਰਡਰ ਆ ਚੁੱਕਿਆ ਆਲਰੇਡੀ ਕਿ ਡਿਪੋਰਟੇਸ਼ਨ ਉਹਨਾਂ ਦੀ ਕੀਤੀ ਜਾਏਗੀ, ਉਹ ਮੁੜ ਤੋਂ ਅਪਲਾਈ ਕਰ ਸਕਦੇ ਨੇ ਯੂਐਸ ਵੀਜ਼ਾ ਲਈ, ਜਾਂ ਉਹਨਾਂ ਨੂੰ ਕਿੰਨੇ ਸਮੇਂ ਲਈ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ? ਦੇਖੋ, ਇਸ ਤਰ੍ਹਾਂ ਹੁੰਦਾ ਜਦੋਂ ਕੋਈ ਬੰਦਾ ਇੱਥੇ ਫਰਜ਼ ਕਰੋ ਅਸੈਲਮ ਦਾ ਕੇਸ ਕਰਦਾ ਅਪਲਾਈ, ਤੇ ਉਹਦੇ ਕੋਲ ਟਾਈਮ, ਉਹਦਾ ਕੇਸ ਫੇਲ ਹੋ ਜਾਂਦਾ, ਫਰਜ਼ ਕਰੋ ਅਸੈਲਮ ਆਫਿਸਰ ਕੋਲੋਂ ਕੇਸ ਰੈਫਰ ਹੋ ਗਿਆ ਕੋਰਟ 'ਚ, ਇਮੀਗ੍ਰੇਸ਼ਨ ਜੱਜ ਕੋਲ, ਤੇ ਇਮੀਗ੍ਰੇਸ਼ਨ ਜੱਜ ਕੋਲ ਜਿਹੜਾ ਹੁੰਦਾ ਡਿਸੀਜਨ ਹੁੰਦਾ, ਜਾਂ ਹਾਂ ਹੁੰਦੀ ਹੈ ਜਾਂ ਨਾ, ਜਾਂ ਨੂੰ ਅਸੈਲਮ ਮਿਲਦਾ ਹੈ, ਡਿਨਾਈ ਹੋ ਜਾਂਦਾ। ਜੇ ਡਿਨਾਈ ਹੋਊਗਾ ਉਹਦੇ ਕੋਲ 30 ਦਿਨ ਹੁੰਦੇ ਆ ਅਪੀਲ ਕਰਨ ਦੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ, ਤੇ ਜੇ ਉਹ 30 ਦਿਨ 'ਚ ਅਪੀਲ ਕਰ ਦਿੰਦਾ ਫਿਰ ਠੀਕ ਹੈ। ਉਸ ਤੋਂ ਬਾਅਦ ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਉਹਦਾ ਕੇਸ ਡਿਨਾਈ ਕਰਦੇ ਆ, ਤਾਂ ਉਦੋਂ ਬਾਅਦ ਉਹ ਆਪਣੀ ਜਿਹੜੀ ਸਰਕਟ ਕੋਰਟ ਆ ਜਿੱਥੇ ਉਹ ਰਹਿ ਰਿਹਾ, ਜਿਵੇਂ ਹੁਣ ਜਿਹੜੇ ਬੰਦੇ ਕੈਲੀਫੋਰਨੀਆ 'ਚ ਰਹਿੰਦੇ ਆ, ਜਾਂ ਓਰੇਗਨ, ਜਾਂ ਐਰੀਜ਼ੋਨਾ, ਜਾਂ ਜਿਹੜੀ ਵਾਸ਼ਿੰਗਟਨ, ਸਿਆਟਲ, ਉੱਥੇ ਜਿਹੜੀ ਹੈਗੀ ਆ ਉਹ 9 ਸਰਕਟ ਕੋਰਟ ਆ, ਤੇ ਜਿਹੜੇ ਹੁਣ ਨਿਊਯਾਰਕ ਨੇ ਉੱਥੇ 2nd ਸਰਕਟ ਆ, ਜਿਹੜੇ ਪੈਨਸਿਲਵੇਨੀਆ, ਨਿਊ ਜਰਸੀ 3rd ਸਰਕਟ ਆ, ਇਹਦਾ ਅੱਡ-ਅੱਡ ਸਰਕਟ ਨੇ। ਜਿਵੇਂ ਆਪਣੇ ਇੰਡੀਆ 'ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੁੰਦੀ ਹੈ, ਇਸ ਤਰ੍ਹਾਂ ਅੱਡ-ਅੱਡ ਸਟੇਟਾਂ ਦੀ ਹਾਈ ਕੋਰਟ ਆ। ਇੱਥੇ ਜਿਹੜੀ ਸਰਕਟ ਕੋਰਟਾਂ ਨੇ ਤੇ ਉਹਨਾਂ ਦੇ ਵਿੱਚ ਅਪੀਲ ਹੋ ਜਾਂਦੀ ਆ, ਤੇ ਉਹ ਅਪੀਲ ਵੀ 30 ਦਿਨ 'ਚ ਹੀ ਕਰਨੀ ਪੈਂਦੀ ਆ ਸੀਜ਼ਨ ਦੇ। ਉਸ ਤੋਂ ਬਾਅਦ ਕੇਸ ਚੱਲਦਾ। ਹੁਣ ਜੇ ਉੱਥੇ ਵੀ ਡਿਨਾਈ ਹੋ ਗਿਆ ਕਿਸੇ ਦਾ, ਉਸ ਤੋਂ ਬਾਅਦ ਫਿਰ ਅੱਡ-ਅੱਡ ਗਰਾਊਂਡਸ ਹੁੰਦੇ ਨੇ। ਜਿਵੇਂ ਫਾਈਕਰੋ ਇੰਡੀਆ ਦੇ ਹਾਲਾਤ ਬਹੁਤ ਮਾੜੇ ਜਾਂਦੇ, ਆਪਣੇ ਉੱਥੇ ਚੇਂਜ ਸਰਕਮਸਟਾਂਸ ਨੇ, ਉਹ 'ਚੋਂ ਤੁਹਾਡਾ ਸਵਾਲ ਹੈ ਵੀ ਡੈਪੂਟੇਸ਼ਨ ਕਰਾਉਣ ਲਈ, ਉਹ ਇਹਨੂੰ ਰੀਓਪਨ ਕਰ ਸਕਦਾ ਜਾਂ ਇਨਫੈਕਟਿਵ ਅਸਿਸਟੈਂਸ ਕਰ ਸਕਦਾ। ਕਈ ਵਾਰੀ ਇਹ ਹੁੰਦਾ ਕਿ ਉਹਦੇ ਕੇਸ ਦੀ ਪ੍ਰੋਪਰ ਪੈਰਵੀ ਨਹੀਂ ਹੋਈ, ਜਿਵੇਂ ਉਹਦਾ ਕੋਈ ਵਕੀਲ ਸੀ, ਉਹਨੇ ਟਾਈਮ ਤੇ ਅਪੀਲ ਨਹੀਂ ਕੀਤੀ, ਜਾਂ ਕੋਈ ਡਾਕੂਮੈਂਟ ਟਾਈਮ ਤੇ ਨਹੀਂ ਭੇਜੇ, ਬਰੀਫ ਨਹੀਂ ਗਈ, ਆਹ ਨਹੀਂ ਆ, ਉਹਦੀ ਬੇਸ ਤੇ ਉਹ ਮਤਲਬ ਉਹ ਕਹਿ ਸਕਦਾ ਵੀ ਮੇਰਾ ਕਸੂਰ ਨਹੀਂਗਾ, ਉਹਨੂੰ ਕਹਿੰਦੇ ਇਨਫੈਕਟਿਵ ਅਸਿਸਟੈਂਸ ਆਫ ਕਾਊਂਸਲ, ਉਹਦੇ ਅੰਡਰ ਕਰ ਸਕਦਾ ਰੀਓਪਨ, ਚੇਂਜ ਸਰਕਮਸਟਾਂਸ ਤੇ ਕਰ ਸਕਦਾ। ਤੇ ਉਹ ਰੀਓਪਨ ਜਦੋਂ ਪਾ ਦਿੰਦਾ, ਉਹਦੇ ਵਿੱਚ ਫਿਰ ਉਹਨੂੰ ਹੁੰਦਾ ਮੇਰਾ ਕੇਸ ਜਿਹੜਾ ਖੋਲਿਆ ਜਾਵੇ ਤੇ ਡੈਪੂਟੇਸ਼ਨ ਤੋੜੀ ਜਾਵੇ। ਉਹਦੇ ਵਿੱਚ ਜੇ ਵੈਲਿਡ ਗਰਾਊਂਡ ਹੋਊਗਾ ਤਾਂ ਉਹ ਡੈਪੂਟੇਸ਼ਨ ਟੁੱਟ ਜਾਂਦੀ ਆ। ਇੱਕ ਵਾਰ ਡੈਪੂਟੇਸ਼ਨ ਟੁੱਟ ਗਈ ਤਾਂ ਉਹ ਦੁਬਾਰਾ ਕੇਸ ਜਿਹੜਾ ਇਮੀਗ੍ਰੇਸ਼ਨ ਜੱਜ ਕੋਲ ਮਤਲਬ ਚੱਲ ਪੈਂਦਾ। ਹੁਣ ਜਿਹਦੀ ਡੈਪੂਟੇਸ਼ਨ ਨਹੀਂ ਟੁੱਟਦੀ, ਚਾਹੇ ਉਹ ਹੈਗਾ ਡਿਟੈਂਸ਼ਨ 'ਚ, ਚਾਹੇ ਬਾਹਰ ਆ, ਉਹਨੂੰ ਇਮੀਗ੍ਰੇਸ਼ਨ ਵਾਲੇ ਜੇ ਉਹ ਫੜਿਆ ਜਾਵੇ ਡਿਪੋਰਟ ਕਰ ਸਕਦੇ ਆ। ਹੁਣ ਡਿਪੋਰਟ ਕਰਨ ਲਈ ਇਹਨਾਂ ਨੂੰ ਜਾਂ ਤਾਂ ਮਤਲਬ ਬੰਦੇ ਕੋਲ ਆਪ ਪਾਸਪੋਰਟ ਹੋਵੇ, ਪਰ ਕਈਆਂ ਕੋਲ ਪਾਸਪੋਰਟ ਹੁੰਦਾ ਹੀ ਨਹੀਂ, ਜਿਹੜੇ ਬੜੀ ਦੇਰ ਦੇ ਇੱਥੇ ਆਏ ਆ, ਜਾਂ ਜਿਹੜੇ ਫਰਜ਼ ਕਰੋ ਏਜੰਟਾਂ ਰਾਹੀਂ ਆਉਂਦੇ ਬਾਰਡਰ ਕ੍ਰੋਸ ਕਰਕੇ, ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ। ਉਹਨਾਂ ਦਾ ਇਹ ਜਿਹੜੇ ਹੈਗੇ ਆ ਐਮਬੈਸੀਆਂ ਤੋਂ ਟਰੈਵਲ ਡਾਕੂਮੈਂਟ ਲੈਂਦੇ ਆ। ਹੁਣ ਕਈ ਬੰਦਿਆਂ ਨੂੰ ਇਹ ਕਨਫਿਊਜ਼ਨ ਹੋ ਜਾਂਦੀ ਆ। ਹੁਣ ਟਰੈਵਲ ਡਾਕੂਮੈਂਟ ਜਿਹੜਾ 2 ਕਿਸਮ ਦਾ, ਇੱਕ ਤਾਂ ਤਰਨਜੀਤ ਜੀ ਉਹ ਟਰੈਵਲ ਡਾਕੂਮੈਂਟ ਆ ਜਿਹੜਾ ਆਪਾਂ ਇੱਥੋਂ ਪਰਮਿਸ਼ਨ ਲੈ ਕੇ ਇੰਡੀਆ ਜਾਂਦੇ ਆ ਇਮੀਗ੍ਰੇਸ਼ਨ, ਜਿਵੇਂ ਫਰਜ਼ ਕਰੋ ਆਪਾਂ ਜਿਵੇਂ ਹੁਣ ਗੱਲ ਕਰਦੇ ਹਟੇ ਆ, 2 ਸਾਲ ਦੀ ਪਰਮਿਸ਼ਨ ਕਿਸੇ ਨੇ ਲੈਣੀ ਹੈ ਗ੍ਰੀਨ ਕਾਰਡ ਤੇ, ਜਾਂ ਕੋਈ ਬੰਦੇ ਨੇ ਇੱਥੇ ਵਿਆਹ ਦਾ ਕੇਸ ਅਪਲਾਈ ਕੀਤਾ ਤੇ ਉਹਨੇ ਪਰਮਿਸ਼ਨ ਲੈਣੀ ਆ, ਉਹਨੂੰ ਵੀ ਟਰੈਵਲ ਡਾਕੂਮੈਂਟ ਕਹਿੰਦੇ ਆ। ਉਹ ਬੰਦਾ ਇੱਥੋਂ ਲੈ ਕੇ ਪਰਮਿਸ਼ਨ ਜਾ ਸਕਦਾ। ਜਿਹੜਾ ਡੈਪੂਟੇਸ਼ਨ ਵਾਲਿਆਂ ਦਾ ਸਰਕਾਰ ਲੈਂਦੀ ਆ ਟਰੈਵਲ ਡਾਕੂਮੈਂਟ, ਉਹ ਇਹ ਟਰੈਵਲ ਡਾਕੂਮੈਂਟ ਨਹੀਂ ਜਿਹੜੀ ਅਮਰੀਕਨ ਗਵਰਨਮੈਂਟ ਦਿੰਦੀ ਆ, ਉਹ ਹੈਗਾ ਇੰਡੀਅਨ ਐਮਬੈਸੀ ਤੋਂ 1 ਟਾਈਮ ਪਾਸਪੋਰਟ। ਜਿਹੜਾ ਇੰਡੀਅਨ ਮਤਲਬ ਜਿਹਦੇ ਕੋਲ ਪਾਸਪੋਰਟ ਨਹੀਂ ਆ, ਉਹਦਾ ਉਹ ਇੱਥੋਂ ਜਾਣ ਦੇ ਪਰਪਸ ਵਾਸਤੇ, ਮਤਲਬ ਸਿਰਫ ਇੱਕ ਤਰਫਾ ਜਾਣ ਲਈ
ਉਹ ਉਹਨਾਂ ਕੋਲੋਂ ਟਰੈਵਲ ਡਾਕੂਮੈਂਟ ਲੈ ਲੈਂਦੇ ਆ ਓਕੇ ਤਾਂ ਕਿ ਉਹ ਬੰਦਾ ਉੱਥੇ ਇੰਡੀਆ ਭੇਜ ਸਕਣ ਤੇ ਉੱਥੇ ਉਹ ਜਾ ਸਕੇ। ਉਹਨੂੰ ਵੀ ਟਰੈਵਲ ਡਾਕੂਮੈਂਟ ਕਿਹਾ ਜਾਂਦਾ। ਸੋ ਜਿਹੜੇ ਬੰਦੇ ਨੂੰ ਡਿਪੋਰਟ ਕਰਨਾ, ਉਹ ਬੰਦੇ ਨੂੰ ਇਹਨਾਂ ਨੂੰ ਅੰਬੈਸੀ ਕੋਲੋਂ, ਜਿਹੜੀ ਇੰਡੀਅਨ ਅੰਬੈਸੀ ਹੈ, ਜਿਹੜੇ ਇੰਡੀਅਨ ਕਾਉਂਸਲੇਟ ਆ, ਜਿਵੇਂ ਸੈਨ ਫਰਾਂਸਿਸਕੋ ਆ ਇੱਥੇ, ਮਤਲਬ ਵਾਸ਼ਿੰਗਟਨ DC ਆ, ਨਿਊਯਾਰਕ ਆ, ਉਹਨਾਂ ਕੋਲੋਂ ਟਰੈਵਲ ਡਾਕੂਮੈਂਟ ਲੈਣਾ ਪੈਂਦਾ। ਉਹਦਾ ਮਤਲਬ ਆ ਪਾਸਪੋਰਟ ਲੈਣਾ ਪੈਂਦਾ ਜਾਂ ਪਰਮਿਸ਼ਨ ਲੈਣੀ ਪੈਂਦੀ ਇੰਡੀਆ ਭੇਜਣ ਦੀ। ਲੇਕਿਨ ਜਿਹੜੇ ਬੰਦੇ ਇੱਥੇ ਉਹਨਾਂ ਦਾ ਸਟੇਟਸ ਹੈਗਾ ਅਮਰੀਕਾ ਦੇ ਵਿੱਚ, ਜਿਵੇਂ ਕੋਈ ਬੰਦਾ ਇੱਥੇ ਫਰਜ਼ ਕਰੋ ਮਤਲਬ ਗ੍ਰੀਨ ਕਾਰਡ ਹੋਲਡਰ ਆ ਜਾਂ ਕਿਸੇ ਦਾ 485 ਜਿਹੜਾ ਹੈਗਾ ਗ੍ਰੀਨ ਕਾਰਡ ਪੈਂਡਿੰਗ ਆ, ਉਹਨੇ ਪਰਮਿਸ਼ਨ ਲੈਣੀ ਆ, ਉਹਨੇ ਜਿਹੜਾ ਟਰੈਵਲ ਡਾਕੂਮੈਂਟ ਲੈਣਾ ਉਹ ਇੰਡੀਅਨ ਐਮਬੈਸੀ ਤੋਂ ਨਹੀਂ ਲੈਣਾ, ਉਹਨੇ ਅਮਰੀਕਨ ਗਵਰਨਮੈਂਟ ਤੋਂ ਲੈਣਾ ਤੇ ਉਹਨੂੰ ਵੀ ਟਰੈਵਲ ਡਾਕੂਮੈਂਟ ਕਹਿੰਦੇ ਆ। ਤੇ ਇੱਕ ਮੈਂ ਤੁਹਾਨੂੰ ਜਿਹੜੇ ਡਿਪੋਰਟੇਸ਼ਨ ਬਾਰੇ ਆਪਣੀ ਗੱਲ ਚੱਲਦੀ ਆ, ਹੁਣ ਦੇਖੋ ਆਪਾਂ ਲਾਸਟ ਟਾਈਮ ਵੀ ਗੱਲ ਇਹ ਕੀਤੀ ਸੀਗੀ ਵੀ ਜਿਹੜੀ ਆਪਾਂ ਇੱਕ ਸੁਪਰੀਮ ਕੋਰਟ ਦੇ ਡਿਸੀਜਨ ਦੀ ਗੱਲ ਕੀਤੀ ਸੀ ਕਿ ਇਹ ਗੱਲ ਆਮ ਹੈ ਵੀ ਜਦੋਂ ਹੁਣ ਇੰਡੀਆ ਇੱਥੋਂ ਲੋਕੀ ਡਿਪੋਰਟ ਹੋ ਕੇ ਇੰਡੀਆ ਜਾਂਦੇ, ਜਿਵੇਂ ਜਹਾਜ਼ ਭਰ ਕੇ ਜਾਂਦੇ ਆ, ਤੇ ਉਹ ਕਈ ਜਿਹੜੇ ਲੋਕਾਂ ਨੂੰ ਹੁੰਦਾ ਵੀ ਕਿਉਂ ਜਾ ਰਹੇ ਆ, ਭੇਜ ਰਹੇ ਆ। ਹੁਣ ਅਸੀਂ ਕਿਉਂਕਿ ਆਪਣਾ ਪ੍ਰੋਗਰਾਮ ਲੀਗਲ ਆ, ਮੈਂ ਵਕੀਲ ਆ, ਆਪਾਂ ਜਿਹੜੀ ਹੈਗੀ ਲੀਗਲ ਸਲਾਹ ਦਿੰਦੇ ਆ ਵੀ ਇਹਦਾ ਕਾਰਨ ਅਸਲੀ ਕੀ ਆ। ਇਹਦਾ ਕਾਰਨ ਜਿਹੜਾ ਬੇਸਿਕਲੀ ਆ ਉਹ ਇਹ ਆ ਕਿ ਜਿਹੜੀ ਇਹ ਐਡਮਿਨਿਸਟ੍ਰੇਸ਼ਨ ਆ, ਇਹਨੇ ਇੱਕ ਪਾਲਿਸੀ ਬਣਾਈ ਆ ਕਿ ਜਿਹੜਾ ਬੰਦਾ ਵੀ ਅਨਡਾਕੂਮੈਂਟਡ ਬਾਰਡਰ ਕ੍ਰਾਸ ਕਰਕੇ ਆਉਂਦਾ, ਉਹਦੀ ਇੱਕ ਪਹਿਲਾਂ ਇੰਟਰਵਿਊ ਹੁੰਦੀ ਜਿਹਨੂੰ ਕਹਿੰਦੇ ਕ੍ਰੈਡੀਬਲ ਫੀਅਰ ਇੰਟਰਵਿਊ। ਉਹ ਮਤਲਬ ਪੁਰਾਣਾ ਹੀ ਲਾ ਬਣਿਆ ਹੋਇਆ, ਉਹਦੇ ਮੁਤਾਬਕ ਹੁੰਦੀ ਆ। ਪਹਿਲਾਂ ਇਹ ਇੰਟਰਵਿਊ ਦੇ ਵਿੱਚ ਤਕਰੀਬਨ ਹਰ ਬੰਦਾ ਪਾਸ ਹੋ ਜਾਂਦਾ ਸੀ। ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ 80-90% ਬੰਦੇ ਇਸ ਇੰਟਰਵਿਊ 'ਚ ਪਾਸ ਹੋ ਜਾਂਦੇ ਸੀ। ਉਦੋਂ ਬਾਅਦ ਉਹਦਾ ਕੇਸ ਇਮੀਗ੍ਰੇਸ਼ਨ ਜੱਜ ਕੋਲ ਭੇਜਦੇ ਸੀ ਜੇਲ੍ਹ 'ਚ, ਉੱਥੇ ਉਹਦਾ ਬੌਂਡ ਹੁੰਦਾ ਸੀ ਜਾਂ ਉਹ ਕੇਸ ਲੜਦਾ ਸੀ, ਬਾਹਰ ਆ ਜਾਂਦਾ ਸੀ। ਇਹਨਾਂ ਨੇ, ਇਸ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ 1.5 ਸਾਲ ਤੋਂ ਇਹ ਕਰਤਾ ਵੀ ਜਿਹੜੀ ਉਹ ਪਹਿਲੀ ਇੰਟਰਵਿਊ ਹੈਗੀ ਆ ਕ੍ਰੈਡੀਬਲ ਫੀਅਰ, ਉਹਦੇ 'ਚ ਬੰਦੇ ਫੇਲ ਜਿਹੜੇ ਆ ਉਹ ਕਰਨੇ ਸ਼ੁਰੂ ਕਰਤੇ। ਹੁਣ 90% ਤੋਂ ਉੱਪਰ ਬੰਦੇ ਉਹ ਪਹਿਲੀ ਇੰਟਰਵਿਊ 'ਚ ਫੇਲ ਹੁੰਦੇ। ਜਦੋਂ ਉਹਦੇ 'ਚ ਫੇਲ ਹੋ ਜਾਂਦੇ ਆ ਤਾਂ ਉਹਨਾਂ ਦਾ ਇੱਕ ਚਾਂਸ ਹੁੰਦਾ ਇਮੀਗ੍ਰੇਸ਼ਨ ਜੱਜ ਦੇ ਕੋਲ ਉਸ ਚੀਜ਼ ਦਾ ਰਿਵਿਊ ਕਰਾਉਣ ਦਾ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਆ, ਜੇ ਉਹ ਵੀ ਫੇਲ ਕਰ ਦੇਵੇ ਕ੍ਰੈਡੀਬਲ 'ਚ, ਉਹ ਕਹਿ ਦੇਵੇ ਵੀ ਤੈਨੂੰ ਠੀਕ ਫੇਲ ਕੀਤਾ ਸੈਲਮ ਵਾਲਿਆਂ ਨੇ, ਜਾਂ ਜਿਹੜਾ ਇਮੀਗ੍ਰੇਸ਼ਨ ਆਫਿਸਰ ਨੇ ਠੀਕ ਫੇਲ ਕੀਤਾ, ਵੀ ਤੂੰ ਕ੍ਰੈਡੀਬਲ ਹੀ ਹੈ ਨਹੀਂ, ਉਹਦਾ ਮਤਲਬ ਆ ਵੀ ਤੇਰਾ ਜਿਹੜਾ ਕੇਸ ਆ ਉਹ ਜਿਹੜੇ ਸੈਲਮ ਦੇ ਗਰਾਊਂਡ ਨੇ ਉਹਨਾਂ 'ਚ ਨਹੀਂ ਆਉਂਦਾ, ਵੀ ਤੂੰ ਸੈਲਮ ਲੈਣ ਦਾ ਤੇਰਾ ਕੇਸ ਫਿੱਟ ਨਹੀਂ ਆ ਸੈਲਮ ਅਪਲਾਈ ਕਰਨ ਲਈ ਅਮਰੀਕਾ 'ਚ। ਉਹ ਜੇ ਇਮੀਗ੍ਰੇਸ਼ਨ ਜੱਜ ਵੀ ਉਹਨੂੰ ਫੇਲ ਕਰ ਦੇਵੇ ਤਾਂ ਉਹ ਬੰਦੇ ਦੇ ਡੈਪੂਟੇਸ਼ਨ ਲੱਗ ਜਾਂਦੀ ਆ। ਉਹ ਪੋਲੀਟੀਕਲ ਸੈਲਮ ਅਪਲਾਈ ਹੀ ਨਹੀਂ ਕਰ ਸਕਦਾ ਅਮਰੀਕਾ 'ਚ। ਨਾ ਉਹ ਸੈਲਮ ਕਰ ਸਕਦਾ, ਨਾ ਉਹ ਕੋਈ ਅਪੀਲ ਕਰ ਸਕਦਾ, ਨਾ ਉਹ ਕੋਈ ਜ਼ਮਾਨਤ ਜਾਂ ਬੌਂਡ ਵਾਸਤੇ ਅਪਲਾਈ ਕਰ ਸਕਦਾ। ਉਹਦੀ ਜਿਹੜੀ ਆ ਉਹ ਕੋਈ ਅਪੀਲ ਦਲੀਲ ਨਹੀਂ ਹੁੰਦੀ, ਤਾਂ ਉਹਨੂੰ ਇਹ ਡਿਪੋਰਟ ਕਰਦੇ। ਜਿਹੜੇ ਜੇਲ੍ਹਾਂ 'ਚ ਡਿਪੋਰਟ ਹੁੰਦੇ ਉਹਦਾ 90% ਉਹ ਬੰਦੇ ਨੇ ਜਿਨ੍ਹਾਂ ਦਾ ਕ੍ਰੈਡੀਬਲ ਫੇਲ ਹੋ ਜਾਂਦਾ। ਹੁਣ ਜੇ ਕਿਸੇ ਦਾ ਕ੍ਰੈਡੀਬਲ ਪਾਸ ਹੋ ਗਿਆ ਜਾਂ ਇਮੀਗ੍ਰੇਸ਼ਨ ਜੱਜ ਨੇ ਪਾਸ ਕਰਤਾ ਫਰਜ਼ ਕਰੋ, ਤੇ ਉਹ ਬੰਦੇ ਦਾ ਕੇਸ ਅੰਦਰ ਅਸੈਲਮ ਦਾ ਚੱਲਿਆ ਜੇਲ੍ਹ 'ਚ, ਤਾਂ ਉਹ ਬੰਦਾ ਅਸੈਲਮ ਦਾ ਕੇਸ ਜਿਹੜਾ ਹੈਗਾ ਅੰਦਰ ਲੜਦਾ, ਉਹ ਫੇਲ ਹੋ ਜਾਂਦਾ। ਉਹਦੇ ਕੋਲ, ਜਿਵੇਂ ਆਪਾਂ ਪਹਿਲਾਂ ਦੱਸਿਆ ਵੀ 30 ਦਿਨ ਦਾ ਟਾਈਮ ਹੁੰਦਾ ਅਪੀਲ ਕਰਨ ਦਾ BIA ਕੋਲ, ਉਦੋਂ ਬਾਅਦ ਫਿਰ 30 ਦਿਨ ਦਾ ਟਾਈਮ ਦਾ ਸਰਕਟ ਕੋਲ। ਜੇ ਉੱਥੇ ਵੀ ਫੇਲ ਹੋ ਗਿਆ ਤਾਂ ਉੱਥੇ ਵੀ ਡੈਪੂਟੇਸ਼ਨ ਲੱਗ ਜਾਂਦੀ ਆ, ਤਾਂ ਉਹ ਬੰਦੇ ਨੂੰ ਵੀ ਇਹ ਇੱਥੋਂ ਡਿਪੋਰਟ ਕਰਦੇ ਆ। ਸੋ ਇਹਨਾਂ ਨੂੰ ਇਸ ਕਿਸਮ ਦੇ ਬੰਦਿਆਂ ਨੂੰ ਇਹ ਜਿਹੜੇ ਹੈਗੇ ਆ ਉਹ ਜੇਲ੍ਹਾਂ 'ਚ ਡਿਪੋਰਟ ਕਰਦੇ ਆ, ਜਾਂ ਉਹ ਜਿਨ੍ਹਾਂ ਦਾ ਕ੍ਰੈਡੀਬਲ ਫੇਲ ਹੋ ਗਿਆ, ਤੇ ਜਾਂ ਜਿਨ੍ਹਾਂ ਦਾ ਕ੍ਰੈਡੀਬਲ ਪਾਸ ਹੋ ਗਿਆ, ਅੰਦਰ ਕੇਸ ਫੇਲ ਹੋ ਗਿਆ। ਜਿਹੜੇ ਬਾਹਰ ਆ ਜਾਂਦੇ ਉਹ ਬਾਹਰ ਕੇਸ ਲੜਦੇ ਆ। ਜੀ, ਇਹਨਾਂ ਦੋਵੇਂ ਕੰਡੀਸ਼ਨਸ ਦੇ ਵਿੱਚ ਜੇ ਕੋਈ ਅਮਰੀਕਨ ਸਿਟੀਜ਼ਨ ਦੇ ਨਾਲ ਵਿਆਹ ਕਰਵਾ ਲੈਂਦਾ ਆ, ਤਾਂ ਕੀ ਉਹਨੂੰ ਜਦੋਂ ਆਪਣਾ ਦੁਬਾਰਾ ਕੇਸ ਲਗਾਉਣਾ ਪੈਣਾ ਆ, ਪਹਿਲਾਂ ਉਹਨੂੰ ਅਸਾਈਲਮ ਦਾ ਕੇਸ ਕਲੀਅਰ ਕਰਨਾ ਪੈਣਾ ਆ, ਜਾਂ ਫਿਰ ਮੈਰਿਜ ਦਾ ਕੇਸ ਲਗਾਉਣ ਵੇਲੇ ਉਹਨਾਂ ਨੂੰ ਵਾਪਸ ਪਹਿਲਾਂ ਆਪਣੇ ਮੁਲਕ ਜਾਣਾ ਪੈਣਾ, ਕਿ ਅਮਰੀਕਾ ਰਹਿ ਕੇ ਵੀ ਇਹ ਲਗਾਇਆ ਜਾ ਸਕਦਾ? ਤਰਨਜੀਤ ਜੀ, ਜਿਹੜਾ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਕੋਈ ਕਾਫੀ ਮੈਨੂੰ ਇਹਦੇ ਬਾਰੇ ਲੋਕਾਂ ਦੇ ਕਾਲ ਤੇ ਈਮੇਲਸ ਆਉਂਦੀਆਂ। ਤੇ ਇਹ ਜਿਹੜਾ ਅਮਰੀਕਨ ਸਿਟੀਜ਼ਨ ਨਾਲ ਮੈਰਿਜ, ਪਹਿਲੀ ਗੱਲ ਤਾਂ ਆਪਾਂ ਜਿਵੇਂ ਹੁਣ ਪਿੱਛੇ ਦੱਸ ਕੇ ਹਟੇ ਆ ਵੀ ਇੱਥੇ ਕੋਈ ਬੈਨ ਨਹੀਂ ਹੈਗਾ। ਜਿਹੜਾ ਇਮੀਗ੍ਰੇਸ਼ਨ ਬੈਨ ਆ, ਜਿਹੜਾ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਰਾਉਂਦਾ, ਉੱਤੇ ਕੋਈ ਬੈਨ ਨਹੀਂ। ਉਹ ਈਵਨ ਫਿਆਂਸੇ ਕੇਸ ਜਿਵੇਂ ਕੋਈ ਮੰਗਣੇ ਤੇ ਜਾਂ ਅੰਗੇਜਮੈਂਟ ਤੇ ਪਾਉਂਦਾ, ਉੱਤੇ ਵੀ ਕੋਈ ਬੈਨ ਨਹੀਂਗਾ। ਹੁਣ ਕੌਣ ਵਿਆਹ ਕਰਾ ਸਕਦਾ? ਜਿਹੜਾ ਅਮਰੀਕਨ ਸਿਟੀਜ਼ਨ ਨਾਲ ਜਾ ਕੇ ਆਪਣੀ ਕੰਟਰੀ ਤੋਂ ਬਾਹਰ ਤੱਕ ਕਿਸੇ ਨਾਲ ਵੀ ਵਿਆਹ ਕਰਾ ਸਕਦਾ। ਜਿਵੇਂ ਉਹ ਇੰਡੀਆ 'ਚ ਵੀ ਕਰਾ ਸਕਦਾ, ਕੈਨੇਡਾ 'ਚ ਵੀ ਕਰਾ ਸਕਦਾ, ਇੰਗਲੈਂਡ 'ਚ ਵੀ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਪਰ ਜਿਹੜਾ ਇੱਥੇ ਆਇਆ ਬੰਦਾ ਅਮਰੀਕਾ ਦੇ ਵਿੱਚ ਕੋਈ, ਉਹੀ ਬੰਦਾ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਰਾ ਕੇ ਅਮਰੀਕਾ ਦੇ ਵਿੱਚ ਇੰਟਰਵਿਊ ਕਰਾ ਕੇ ਪੱਕਾ ਹੋ ਸਕਦਾ, ਜਿਹੜਾ ਲੀਗਲ ਐਂਟਰ ਹੋਇਆ, ਜਿਹੜਾ ਜਾਂ ਤਾਂ ਵਿਜ਼ਟਰ ਵੀਜ਼ੇ ਤੇ ਆਇਆ, ਜਾਂ ਸਟੂਡੈਂਟ ਵੀਜ਼ੇ ਤੇ ਆਇਆ, ਜਾਂ H1 ਵੀਜ਼ੇ ਤੇ ਆਇਆ, ਜਾਂ L1 ਵੀਜ਼ੇ ਤੇ ਆਇਆ, ਜਾਂ ਉਹਨੂੰ ਇਮੀਗ੍ਰੇਸ਼ਨ ਨੇ ਬਾਰਡਰ ਜਾਂ 에ਅਰਪੋਰਟ ਤੇ I-94 ਦਿੱਤਾ। I-94 ਹੁੰਦਾ ਵੀ ਉਹ ਐਂਟਰੀ ਦੇ ਦਿੰਦੇ ਆ, ਉਹਨੂੰ ਐਂਟਰੀ ਮਿਲੀ ਹੋਈ ਹੈ ਇੱਥੇ। ਇਹ ਜਿਹੜੀਆਂ ਬੰਦੇ ਆ ਉਹੀ ਸਿਰਫ ਇੱਥੇ ਸਿਟੀਜ਼ਨ ਨਾਲ ਵਿਆਹ ਕਰਾ ਕੇ ਅਮਰੀਕਾ 'ਚ ਪੱਕੇ ਹੋ ਸਕਦੇ ਆ। ਜੇ ਫਰਜ਼ ਕਰੋ ਕੋਈ ਬੰਦਾ ਆ ਗਿਆ ਬਾਰਡਰ ਕ੍ਰਾਸ ਕਰਕੇ, ਉਹ ਫੜਿਆ ਗਿਆ, ਮੁੜ ਕੇ ਬੌਂਡ ਤੇ ਬਾਹਰ ਆ ਗਿਆ, ਜਾਂ ਉਦਾਂ ਹੀ ਆ ਗਿਆ, ਤਾਂ ਉਹਦੇ ਕੋਲੇ ਕੋਈ ਲੀਗਲ ਐਂਟਰੀ ਨਹੀਂ ਹੈਗੀ।
ਉਹ ਯੂਐਸ ਸਿਟੀਜ਼ਨ ਨਾਲ ਵਿਆਹ ਕਰਾ ਸਕਦਾ, ਪਰ ਉਹਨੂੰ ਇੰਡੀਆ ਜਾਣਾ ਪਏਗਾ ਜਾਂ ਆਪਣੀ ਕੰਟਰੀ ਜਿੱਥੋਂ ਦਾ ਹੈਗਾ ਉੱਥੇ ਜਾਣਾ ਪਏਗਾ ਗ੍ਰੀਨ ਕਾਰਡ ਲੈਣ ਲਈ। ਓਕੇ। ਉੱਥੇ ਜਾ ਕੇ ਜੇ ਉਹ 6 ਮਹੀਨੇ ਤੋਂ ਵੱਧ ਰਹਿ ਗਿਆ ਇੱਥੇ, ਜੇਕਰ ਉਹ ਬੰਦੇ ਨੂੰ ਆਏ ਨੂੰ 2 ਸਾਲ ਹੋ ਗਏ, 3 ਸਾਲ ਹੋ ਗਏ, ਓਵਰਸਟੇ ਕਰ ਗਿਆ ਉਹ, ਤਾਂ ਉਹਦੇ ਤੇ ਲੱਗੇਗਾ 10 ਸਾਲ ਦਾ ਬੈਨ। 10 ਸਾਲ ਦਾ ਬੈਨ ਟ੍ਰਿਗਰ ਹੁੰਦਾ ਜਿਹੜਾ 6 ਮਹੀਨੇ ਤੋਂ ਵੱਧ ਰਵੇ ਇੱਥੇ। ਉਹ ਬੈਨ ਨੂੰ ਹਟਾਉਣ ਲਈ, ਓਵਰਕਮ ਕਰਨ ਲਈ 601 ਵੇਵਰ ਕਰਨਾ ਪੈਂਦਾ। ਇਹ ਜਿਹੜਾ 601 ਵੇਵਰ ਆ ਬੈਨ ਨੂੰ ਹਟਾਉਣ ਲਈ 10 ਸਾਲ ਦੇ ਨੂੰ, ਇਹ 2 ਕਿਸਮ ਦਾ। ਜੇ ਤਾਂ ਉੱਤੇ ਡੈਪੂਟੇਸ਼ਨ ਨਹੀਂ ਲੱਗੀ ਅਮਰੀਕਾ 'ਚ, ਵੀ ਉਹਦਾ ਕੇਸ ਉਦਾਂ ਹੀ ਚੱਲਦਾ ਅਸਾਈਲਮ ਦਾ, ਜਾਂ ਉਹਨੇ ਕੋਈ ਕੇਸ ਹੀ ਨਹੀਂ ਕੀਤਾ ਤੇ ਵਿਆਹ ਕਰਾ ਲਿਆ ਸਿਟੀਜ਼ਨ ਨਾਲ, ਉਹ 601 ਇਹ ਇੱਥੇ ਅਪਲਾਈ ਕਰ ਸਕਦਾ। ਇੱਥੋਂ ਜੇ 601 ਇਹ ਅਪਰੂਵ ਹੋ ਗਿਆ ਤਾਂ ਉਹ ਇੰਡੀਆ ਤੋਂ 2-3 ਮਹੀਨੇ 'ਚ ਵਾਪਸ ਆ ਜਾਂਦਾ ਜਾ ਕੇ ਐਮਬੈਸੀ ਤੋਂ। ਤੇ ਜੇ ਉੱਤੇ ਲੱਗੀ ਡੈਪੂਟੇਸ਼ਨ ਤਾਂ ਉਹ ਬੰਦੇ ਦਾ ਇੱਥੇ 601 ਇਹ ਨਹੀਂ ਹੋਊਗਾ, ਉਹਨੂੰ ਇੰਡੀਆ ਜਾਣਾ ਪਏਗਾ। ਉੱਥੇ ਜਾ ਕੇ ਮੈਸੇਜ ਇੰਟਰਵਿਊ ਹੋਏਗੀ, ਫਿਰ 601 ਵੇਵਰ ਹੋਏਗਾ। ਉਹ ਵੇਵਰ ਨੂੰ ਸਾਲ 1.5 ਸਾਲ ਲੱਗ ਜਾਂਦਾ ਅਪਰੂਵ ਹੋਣ ਨੂੰ ਮੈਰਿਜ ਦੀ ਬੇਸ ਤੇ ਜੇ ਉਹ ਅਪਰੂਵ ਹੋ ਗਿਆ ਤਾਂ ਉਹ ਬੰਦਾ 2 ਸਾਲ ਚਾਹਦਾ। ਉਹ ਇੱਕੋ ਹੀ ਆ ਵੀ ਉਹਦਾ ਕ੍ਰਿਮੀਨਲ ਰੈਕਡ ਨਹੀਂ ਹੋਣਾ ਚਾਹੀਦਾ ਜੀ। ਜੇ ਉਹਦਾ ਕੋਈ ਕ੍ਰਿਮੀਨਲ ਰੈਕਡ ਆ ਇੱਥੇ ਤਾਂ ਫਿਰ ਵੇਵਰ ਮਿਲਣਾ ਕਾਫੀ ਮੁਸ਼ਕਲ ਹੋ ਜਾਂਦਾ। ਜਾਂ ਉਹਦਾ ਜਿਹੜਾ ਕੇਸ ਹੈ ਉਹ ਇਹ ਨਾ ਹੋਵੇ ਵੀ ਫ੍ਰਿਵਲਸ ਕਿਹਾ ਹੋਵੇ ਜੱਜ ਨੇ। ਕਈ ਵਾਰੀ ਜਿਹੜੇ ਅਸਾਈਲਮ ਦੇ ਕੇਸ ਨੇ ਇਹ 2 ਕਿਸਮ ਦੇ ਡਿਨਾਈ ਹੁੰਦੇ ਆ ਤਰਨਜੀਤ ਜੀ। ਇੱਕ ਤਾਂ ਜਿਹੜੇ ਇਮੀਗ੍ਰੇਸ਼ਨ ਜੱਜ ਉਹ ਇਹ ਕਹਿੰਦੇ ਆ ਵੀ ਡਿਨਾਈ ਕਰਤਾ ਵੀ ਠੀਕ ਆ, ਵੀ ਤੇਰਾ ਕੇਸ ਜਿਹੜਾ ਹੈਗਾ ਵੀ ਤੂੰ ਅਸਾਈਲਮ ਦਾ ਹੱਕਦਾਰ ਨਹੀਂਗਾ। ਇੱਕ ਹੁੰਦੇ ਆ ਵੀ ਉਹ ਕੇਸ ਨੂੰ ਰੂਲ ਕਰਦੇ ਵੀ ਫ੍ਰਿਵਲਸ ਆ। ਫ੍ਰਿਵਲਸ ਦਾ ਮਤਲਬ ਹੈ ਵੀ ਉਹ ਕਹਿੰਦੇ ਵੀ ਝੂਠਾ ਕੇਸ ਹੈ। ਜੇ ਕਿਸੇ ਦਾ ਕੇਸ ਇਮੀਗ੍ਰੇਸ਼ਨ ਜੱਜ ਫ੍ਰਿਵਲਸ ਕਰ ਦੇਵੇ, ਇਹ ਲੀਗਲ ਟਰਮ ਹੈ ਫ੍ਰਿਵਲਸ, ਤਾਂ ਉਹ ਬੰਦਾ ਅਮਰੀਕਾ ਦੇ ਵਿੱਚ ਵਿਆਹ ਕਰਾ ਕੇ ਕਦੇ ਵੀ ਪੱਕਾ ਨਹੀਂ ਹੋ ਸਕਦਾ। ਨਾ ਇੱਥੇ ਹੋ ਸਕਦਾ, ਨਾ ਇੰਡੀਆ ਤੋਂ ਆ ਸਕਦਾ। ਤੇ ਦੂਜੇ ਉਹ ਬੰਦੇ ਵਿਆਹ ਕਰਾ ਕੇ ਪੱਕੇ ਨਹੀਂ ਹੋ ਸਕਦੇ ਜਿਨ੍ਹਾਂ ਨੇ ਪਹਿਲਾ ਵਿਆਹ ਕੋਈ ਕਰਾਇਆ ਕਿਸੇ ਨਾਲ ਤੇ ਉਹ ਵਿਆਹ ਇਹ ਸਾਬਤ ਹੋ ਗਿਆ ਵੀ ਝੂਠਾ। ਜਿਵੇਂ ਕੋਈ ਬੰਦਾ ਅੱਜ ਸਿਟੀਜ਼ਨ ਹੈ, ਕਿਸੇ ਨਾਲ ਵਿਆਹ ਕਰਾ ਲੈਂਦਾ ਇੱਥੇ, ਉਹ ਵਿਆਹ ਦੀ ਇੰਟਰਵਿਊ ਚੋਂ ਫੇਲ ਹੋ ਗਿਆ ਤੇ ਉਹਦੇ ਵਿੱਚ ਇਹ ਸਾਬਤ ਹੋ ਗਿਆ ਵੀ ਇਹ ਵਿਆਹ ਝੂਠਾ ਸੀ। ਮਤਲਬ ਇਮੀਗ੍ਰੇਸ਼ਨ ਨੇ ਅਪਰੂਵ ਇਕੱਠੇ ਕਰ ਲਏ ਜਾਂ ਫੜ ਲਏ ਬੰਦੇ, ਜਾਂ ਉਹਨਾਂ ਨੇ ਜਾ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਹੀ ਨਹੀਂ, ਵਿਆਹ ਇਕੱਠੇ ਨਹੀਂ ਰਹਿ ਰਹੇ। ਓਕੇ। ਕਈ ਵਾਰ ਇਹ ਹੁੰਦਾ ਵੀ ਜਿਹਦੇ ਨਾਲ ਵਿਆਹ ਕਰਾਇਆ ਸਿਟੀਜ਼ਨ ਨਾਲ ਉਹੀ ਜਾ ਕੇ ਮੁੱਕਰ ਗਿਆ ਉੱਥੇ ਵੀ ਮੇਰਾ ਤਾਂ ਜੀ ਮੈਂ ਤਾਂ ਐਵੇਂ ਗਲਤੀ ਹੋ ਗਈ, ਨਹੀਂ ਸਹੀ ਵਿਆਹ। ਬਿਲਕੁਲ ਉਹੋ ਜਿਹਾ ਬੰਦਾ ਜੇ ਕੱਲ ਨੂੰ ਅਸਲੀ ਵਿਆਹ ਵੀ ਕਰਾਉਂਦਾ ਕਿਸੇ ਨਾਲ ਸਹੀ ਆ ਤਾਂ ਉਹ ਪੱਕਾ ਨਹੀਂ ਹੋ ਸਕਦਾ। ਸੋ ਵਿਆਹ ਕਰਾ ਕੇ 2 ਕੈਟੇਗਰੀਆਂ ਦੇ ਬੰਦੇ ਅਮਰੀਕਾ ਦੇ ਵਿੱਚ ਨਾ ਇੱਥੇ ਪੱਕੇ ਹੋ ਸਕਦੇ ਆ, ਨਾ ਕਿਸੇ ਹੋਰ ਕੰਟਰੀ ਜਿਵੇਂ ਇੰਡੀਆ ਤੋਂ ਆ ਸਕਦੇ। ਉਹ ਨੇ ਜਿਨ੍ਹਾਂ ਦਾ ਪਹਿਲਾ ਵਿਆਹ ਜਿਹੜਾ ਹੈਗਾ ਉਹ ਸਾਬਤ ਹੋਇਆ ਵੀ ਇਹ ਫਰਾਡ ਆ, ਮਤਲਬ ਮੈਰਿਜ ਫਰਾਡ ਦਾ ਕੇਸ ਹੈ, ਝੂਠਾ ਵਿਆਹ, ਜਾਂ ਜਿਹਦੇ ਤੇ ਪੋਲੀਟੀਕਲ ਅਸਾਈਲਮ ਜਾਂ ਹੋਰ ਕੇਸ ਤੇ ਫ੍ਰਿਵਲਸ ਲੱਗਿਆ ਵੀ ਝੂਠਾ ਕੀਤਾ। ਇਹ ਤੋਂ ਬਿਨਾਂ ਜੇ ਕਿਸੇ ਦਾ ਕੋਈ ਕੇਸ ਵੀ ਡਿਨਾਈ ਹੋਇਆ, ਕਿਸੇ ਦਾ ਵਿਆਹ ਦਾ ਡਿਨਾਈ ਹੋ ਗਿਆ ਪਰ ਉਹ ਝੂਠਾ ਸਾਬਤ ਨਹੀਂ ਹੋਇਆ, ਜਾਂ ਕਿਸੇ ਦਾ ਅਸਾਈਲਮ ਡਿਨਾਈ ਹੋ ਗਿਆ, ਡੈਪੂਟੇਸ਼ਨ ਲੱਗ ਗਈ, ਉਹ ਸਿਟੀਜ਼ਨ ਨਾਲ ਵਿਆਹ ਕਰਾ ਕੇ ਇੰਡੀਆ ਤੋਂ ਆ ਸਕਦਾ। ਉਹਨੂੰ 601 ਵੇਵਰ ਕਰਕੇ ਮਿਲ ਜੂਗਾ ਜੇ ਉਹ ਬੰਦੇ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ ਜੀ। ਸਰ ਪਰ ਇਹ ਪਤਾ ਕਿਵੇਂ ਲੱਗੇ ਕਿ ਮੈਰਿਜ ਦਾ ਜਿਹੜਾ ਬੇਸ ਆ ਉਹ ਪਰਪਸ ਇਮੀਗ੍ਰੇਸ਼ਨ ਨਹੀਂ ਹੈਗਾ, ਇਹ ਝੂਠਾ ਤੁਸੀਂ ਕਿਹਾ ਕਿ ਜੇ ਝੂਠਾ ਸਾਬਿਤ ਹੋ ਜਾਵੇ ਇਹਨੂੰ ਫਿਰ ਸੱਚਾ ਸਾਬਿਤ ਕਰਨ ਲਈ ਕੁਝ ਸਬੂਤ ਵਗੈਰਾ ਵੀ ਚਾਹੀਦੇ ਹੋਣੇ, ਕਿਉਂਕਿ ਕੁਝ ਅਜਿਹੇ ਵੀ ਕੇਸਿਸ ਆਏ ਸੀ ਸਾਡੇ ਵੀ ਇਹ ਜ਼ਿਹਨ ਦੇ ਵਿੱਚ ਹੈਗਾ ਕਿ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਆ, ਸਹੀ ਮੈਰਿਜ ਹੈਗੀ ਆ, ਬੱਚੇ ਤੱਕ ਹੋ ਚੁੱਕੇ ਨੇ, ਇਸ ਦੇ ਬਾਵਜੂਦ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਤੁਹਾਡਾ ਕੇਸ ਜਿਹੜਾ ਆ ਇਹ ਜੈਨੂਅਨ ਨਹੀਂ ਸੀ, ਇਹਦਾ ਪਰਪਸ ਇਮੀਗ੍ਰੇਸ਼ਨ ਲੈਣਾ ਸੀ। ਦੇਖੋ ਇਸ ਤਰ੍ਹਾਂ ਹੁੰਦਾ ਜਦੋਂ ਆਪਾਂ ਕੋਈ ਬੰਦਾ ਵੀ ਇੱਥੇ ਮੈਰਿਜ ਦਾ ਕੇਸ ਅਪਲਾਈ ਕਰਦਾ ਤਾਂ ਉਹਦੇ ਵਿੱਚ ਉਹਨੂੰ ਜਿਹੜਾ ਪਹਿਲਾ ਗ੍ਰੀਨ ਕਾਰਡ ਮਿਲਦਾ ਸਿਟੀਜ਼ਨ ਨਾਲ ਉਹ 2 ਸਾਲ ਦਾ ਮਿਲਦਾ ਕੰਡੀਸ਼ਨਲ ਗ੍ਰੀਨ ਕਾਰਡ। ਜੇ ਉਹਦੇ ਵਿਆਹ ਨੂੰ 2 ਸਾਲ ਤੋਂ ਉੱਪਰ ਹੋ ਜਾਣ, 4 ਸਾਲ ਹੀ ਹੋ ਗਏ ਵਿਆਹ ਨੂੰ, ਕੇਸ ਚੱਲੀ ਗਿਆ ਤਾਂ ਉਹਨੂੰ 10 ਸਾਲ ਦਾ ਵੀ ਮਿਲ ਜਾਂਦਾ। ਕੰਡੀਸ਼ਨਲ ਗ੍ਰੀਨ ਕਾਰਡ ਇਹ ਪ੍ਰੈਜ਼ੀਡੈਂਟ ਰੇਗਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਸ਼ੁਰੂ ਕੀਤਾ ਸੀਗਾ। ਉਹਦਾ ਮਤਲਬ ਇਹ ਸੀ ਕਿ ਇਹ ਦੇਖਿਆ ਜਾਵੇ ਵੀ ਜਿਹੜਾ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਉਹਦੇ ਦੌਰਾਨ ਇਕੱਠੇ ਰਹੇ ਆ, ਵਿਆਹ ਇਹਦਾ ਸਹੀ ਆ, ਜੇ ਵਿਆਹ ਇਹਦਾ ਅਸਲੀ ਆ ਤੇ ਇਹਨੂੰ ਅੱਗੇ 10 ਸਾਲ ਦਾ ਦੇ ਦਿਓ, ਜੇ ਨਹੀਂ ਤਾਂ ਇਹਨੂੰ ਜਿਹੜਾ ਹੈਗਾ ਇੱਥੋਂ ਡੈਪੂਟੇਸ਼ਨ ਦੇ ਵਿੱਚ ਪਾਓ। ਹੁਣ ਜਿਹੜਾ ਇਨੀਸ਼ੀਅਲ ਇੰਟਰਵਿਊ ਹੁੰਦੀ ਆ ਪਹਿਲਾਂ, ਉਹਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਸਰਵਿਸ ਹੈਗੀ ਆ ਜਾਂ ਇਮੀਗ੍ਰੇਸ਼ਨ ਆਫਿਸਰ ਆ ਉਹਦੀ ਡਿਊਟੀ ਆ ਦੇਖਣਾ ਵੀ ਮੈਰਿਜ ਸਹੀ ਆ ਕਿ ਨਹੀਂ। ਹੁਣ ਸਹੀ ਮੈਰਿਜ ਦੀ ਜਿਹੜੀ ਉਹਨਾਂ ਦੀ ਜਿਹੜਾ ਕ੍ਰਾਈਟੇਰੀਆ ਉਹ ਦੇਖਣ ਦਾ ਇਹ ਹੁੰਦਾ ਕਿ ਕੀ ਇਹ ਇਕੱਠੇ ਰਹਿ ਰਹੇ ਆ ਕਿ ਨਹੀਂ ਰਹਿ ਰਹੇ, ਇਹਨਾਂ ਦੀ ਮੈਰਿਜ ਦੇ ਵਿੱਚ ਕੋਈ ਬੱਚਾ ਹੈਗਾ ਕਿ ਨਹੀਂ ਹੈਗਾ, ਇਹਨਾਂ ਦੇ ਕੋਈ ਐਸੈਟਸ ਇਕੱਠੇ ਜਿਵੇਂ ਜੁਆਇੰਟ ਬੈਂਕ ਅਕਾਊਂਟ, ਜੁਆਇੰਟ ਜਿਹੜੇ ਬਿਜਲੀ ਪਾਣੀ ਦੇ ਬਿੱਲ, ਜੁਆਇੰਟ ਲੀਜ਼ ਅਪਾਰਟਮੈਂਟ ਦੀ, ਜਾਂ ਕੋਈ ਜੁਆਇੰਟ ਇਹਨਾਂ ਦੇ ਨਾਂ ਤੇ ਕਾਰ ਜਾਂ ਕਾਰ ਦੀ ਇੰਸ਼ੋਰੈਂਸ, ਇਹ ਚੀਜ਼ਾਂ ਜੁਆਇੰਟ ਜਾਂ ਕਿਤੇ ਬਾਹਰ ਘੁੰਮਣ ਫਿਰਨ ਕਿਤੇ ਗਏ ਆ ਇਕੱਠੇ, ਇਹ ਸਾਰਾ ਉਹ ਦੇਖਦੇ ਆ। ਕਈ ਵਾਰੀ ਉਹ ਇਹਨਾਂ ਦੀ ਸਟੋਕਸ ਇੰਟਰਵਿਊ ਕਰ ਲੈਂਦੇ ਆ। ਸਟੋਕਸ ਇੰਟਰਵਿਊ ਹੁੰਦੀ ਅੱਡ-ਅੱਡ ਕਮਰੇ 'ਚ ਬਿਠਾ ਕੇ, ਜਿਵੇਂ ਉਹਨਾਂ ਨੇ ਮਤਲਬ ਪਹਿਲਾਂ ਵਾਈਫ ਨੂੰ ਬੁਲਾ ਲਿਆ, ਉਹਨੂੰ ਪੁੱਛੇ ਸਵਾਲ, ਫਿਰ ਮੁੜ ਕੇ ਉਹਨੂੰ ਬਾਹਰ ਬਿਠਾਤਾ, ਫਿਰ ਹਸਬੈਂਡ ਨੂੰ ਸਵਾਲ ਪੁੱਛੇ ਆ ਤੇ ਉਹਨਾਂ ਨੂੰ ਜਿਹੜੇ ਸਵਾਲਾਂ ਨੂੰ ਫਿਰ ਰਲਾਉਂਦੇ ਆ ਬਿਆਨਾਂ ਨੂੰ। ਜਿਵੇਂ ਸਵਾਲ ਇਹ ਹੁੰਦੇ ਆ ਵੀ ਕੱਲ੍ਹ ਤੁਸੀਂ ਕਿੱਥੇ ਗਏ, ਕੱਲ੍ਹ ਤੁਸੀਂ ਮਤਲਬ ਸਾਰਾ ਦਿਨ ਕਿੱਥੇ ਸੀਗੇ,
ਜਾਂ ਇਹ ਪੁੱਛਦੇ ਆ ਵੀ ਸੰਡੇ ਨੂੰ ਤੁਸੀਂ ਕਿੱਥੇ ਗਏ ਸੀ, ਹਸਬੈਂਡ ਕਹਿੰਦਾ ਗੁਰਦੁਆਰੇ ਗਏ ਸੀ, ਵਾਈਫ ਕਹਿ ਦੇਵੇ ਗੁਰਦੁਆਰੇ ਨਹੀਂ ਗਏ, ਤਾਂ ਉਹ ਬਿਆਨ ਆਪਸ 'ਚ ਰਲਿਆ ਨਹੀਂ। ਜੇ ਬਿਆਨ ਨਾ ਮਿਲੇ ਆਪਸ ਦੇ ਵਿੱਚ, ਤਾਂ ਉਹਨਾਂ ਨੂੰ ਇਹ ਹੋ ਜਾਂਦਾ ਵੀ ਇਹ ਜਿਹੜਾ ਹੈਗਾ ਵਿਆਹ ਝੂਠਾ। ਕਈ ਵਾਰੀ ਉਹ ਜਾ ਕੇ ਜਿਹੜੇ ਇਮੀਗ੍ਰੇਸ਼ਨ ਅਫਸਰ ਨੇ, ਉਹ ਇਹਨਾਂ ਦੇ ਘਰ ਵੀ ਵਿਜ਼ਿਟ ਕਰਦੇ ਆ, ਜੇ ਜ਼ਿਆਦਾ ਸ਼ੱਕ ਹੋ ਜਾਵੇ। ਉਹ ਘਰ ਜਾ ਕੇ ਵੀ ਦੇਖਦੇ ਆ ਕਿ ਇਹ ਮੈਰਿਜ ਸੱਚੀ ਆ ਕਿ ਨਹੀਂ, ਤੇ ਉਹ ਫਿਰ ਔਨ ਸਾਈਟ ਵਿਜ਼ਿਟ ਕਰਕੇ ਪਤਾ ਕਰਦੇ ਆਸੇ-ਪਾਸਿਓਂ ਵੀ, ਜਾਂ ਘਰੋਂ ਜਾ ਕੇ ਦੇਖਦੇ ਆ, ਇਕੱਠੇ ਰਹਿੰਦੇ ਆ। ਉਹ ਘਰ ਜਾ ਕੇ ਉਹਦੇ ਕੱਪੜੇ ਦੇਖਦੇ ਆ, ਫੋਟੋਆਂ ਦੇਖਦੇ ਆ, ਜਿਹੜਾ ਘਰ ਕੋਈ ਹੋਰ ਰਹਿ ਰਿਹਾ ਉਹਨੂੰ ਪੁੱਛਦੇ ਆ, ਗੁਆਂਢੀਆਂ ਨੂੰ ਪੁੱਛ ਸਕਦੇ ਆ ਵੀ ਇੱਥੇ ਰਹਿੰਦਾ। ਸੋ ਇੱਦਾਂ ਦੀਆਂ ਚੀਜ਼ਾਂ ਵੀ ਉਹ ਮਤਲਬ ਉਹ ਕਰਦੇ ਆ। ਜੇ ਉਹ ਸੈਟਿਸਫਾਈ ਹੋ ਜਾਣ ਵੀ ਵਿਆਹ ਸੱਚਾ, ਫਿਰ ਤਾਂ ਉਹ ਓਕੇ ਆ, ਪਰ ਜੇ ਨਾ ਸੈਟਿਸਫਾਈ ਹੋਣ, ਤਾਂ ਉਹ ਇਹ ਨਹੀਂ ਲਾਉਂਦੇ ਵੀ ਮੈਰਿਜ ਫਰਾਡ ਆ। ਉਹ ਡਿਨਾਈ ਕਰ ਸਕਦੇ ਆ। ਮੈਰਿਜ ਫਰਾਡ ਉੱਥੇ ਲੱਗਦਾ ਜਿੱਥੇ ਉਹਨਾਂ ਕੋਲ ਕੋਈ ਪੱਕਾ ਸਬੂਤ ਹੋਵੇ। ਆਮ ਤੌਰ ਤੇ ਜਿਹੜੇ ਕੇਸਾਂ ਦੇ ਵਿੱਚ ਕੋਈ ਹਸਬੈਂਡ ਜਾਂ ਵਾਈਫ ਮੰਨ ਜਾਵੇ ਵੀ ਹਾਂ ਮੇਰੇ ਤੋਂ ਗਲਤੀ ਹੋ ਗਈ, ਮੈਂ ਐਵੇਂ ਮਤਲਬ ਜਿਹੜਾ ਅਸਲੀ ਵਿਆਹ ਨਹੀਂ ਹੈਗਾ, ਮੈਂ ਇਹਦੀ ਹੈਲਪ ਕਰਨ ਲਈ ਕੀਤਾ, ਉਹੋ ਜਿਹੇ ਕੇਸਾਂ ਦੇ ਵਿੱਚ ਜ਼ਿਆਦਾ ਜਿਹੜਾ ਮੈਰਿਜ ਫਰਾਡ ਲੱਗਦਾ। ਜਾਂ ਕੋਈ ਵਿੱਚ ਵਾਲਾ ਬੰਦਾ ਜਿਹਨੇ ਵਿਆਹ ਕਰਾਇਆ ਉਹ ਫੜਿਆ ਜਾਵੇ। ਤੇ ਪਰ ਆਮ ਜੇ ਡਿਨਾਈ ਹੋ ਜਾਵੇ ਮੈਰਿਜ ਦਾ ਕੇਸ, ਉਹਦੀ ਅੱਗੇ ਅਪੀਲ ਹੋ ਜਾਂਦੀ ਆ, ਉਹਦੀ ਅੱਗੇ ਜਿਹੜੀ ਹੈਗੀ ਰੀਫਾਈਲ ਵੀ ਹੋ ਜਾਂਦਾ, ਉਹਦੀ ਮਤਲਬ ਕੋਈ ਨਾ ਕੋਈ ਰਿਲੀਫ ਹੈਗੀ ਆ। ਪਰ ਜੇ ਮੈਰਿਜ ਫਰਾਡ ਹੀ ਸਾਬਤ ਹੋ ਗਿਆ, ਉਹਦੀ ਕੋਈ ਰਿਲੀਫ ਨਹੀਂ। ਜੀ ਉਹ ਬਿਲਕੁਲ ਬਹੁਤ ਫਿਰ ਮਤਲਬ ਸਖਤੀ ਹੈ। ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਇੱਕ ਦਰਸ਼ਕ ਨੇ ਸਾਨੂੰ ਫੇਸਬੁੱਕ ਤੇ ਕਮੈਂਟ ਕੀਤਾ, ਉਹਨਾਂ ਦਾ ਕੁਝ ਪ੍ਰਸ਼ਨ ਹੈ, ਮੈਂ ਚਾਹਾਂਗੀ ਕਿ ਜੇ ਤੁਸੀਂ ਸਮੇਂ ਦੇ ਵਿੱਚ ਉਹਨਾਂ ਨੂੰ ਜਵਾਬ ਦੇ ਸਕੋ ਇਸ ਦੇ ਦੌਰਾਨ। ਕਿ ਉਹਨਾਂ ਨੇ F4 ਕੈਟਾਗਰੀ ਲਈ ਉਹਨਾਂ ਦਾ ਕੁਐਸਚਨ ਹੈ ਕਿ ਵਾਟ ਆਰ ਦਾ ਆਪਸ਼ਨ we have for kids F4 category aged out even under CSPA after CSPA calculation age is still more than 21। ਦੇਖੋ ਇਸ ਤਰ੍ਹਾਂ ਜਿਹੜੀ F4 ਕੈਟਾਗਰੀ ਹੈ ਨਾ, ਇਹ ਹੈਗੀ ਆ ਭਰਾ ਭੈਣ ਦੀ ਕੈਟਾਗਰੀ। ਜਿਹੜਾ US ਸਿਟੀਜ਼ਨ ਹੈ ਉਹ ਭਰਾ ਭੈਣ ਦਾ ਅਪਲਾਈ ਕਰਦਾ, ਤੇ ਉਹਦੇ 21 ਸਾਲ ਤੋਂ ਘੱਟ ਬੱਚਿਆਂ ਦਾ। ਇਹ ਕੈਟਾਗਰੀ ਦਾ ਹੁਣ 2005 ਚੱਲ ਰਿਹਾ ਜੇ, ਤੇ ਇਹ ਤੇ ਬੈਨ ਵੀ ਲੱਗਿਆ ਹੋਇਆ ਪ੍ਰੈਜ਼ੀਡੈਂਟ ਟਰੰਪ ਦਾ। ਮਤਲਬ ਇਹ ਕੈਟਾਗਰੀ ਦੇ ਬੰਦੇ ਦਸੰਬਰ ਤੱਕ ਇੱਥੇ ਨਹੀਂ ਆ ਸਕਦੇ। ਤੇ ਇਹ ਕੈਟਾਗਰੀ 'ਚ ਇਹ ਆ ਕਿ ਜੇ ਕਿਸੇ ਨੇ ਆਪਣੇ ਬੱਚਿਆਂ ਦਾ ਅਪਲਾਈ, ਜਿਵੇਂ ਆਪਣੇ ਭਰਾ ਭੈਣ ਦਾ ਕੀਤਾ, ਉਹਦੇ ਬੱਚਿਆਂ ਦਾ ਕੀਤਾ ਅਪਲਾਈ, ਹੁਣ 2005 'ਚ ਕੀਤਾ, ਉਦੋਂ ਬੱਚੇ ਦੀ ਉਮਰ 8 ਸਾਲ ਸੀ, 9 ਸੀ ਜਾਂ 7 ਸੀ, ਤੇ ਮਤਲਬ 15 ਸਾਲਾਂ 'ਚ ਉਹਦੀ ਉਮਰ 21 ਸਾਲ ਤੋਂ ਉੱਪਰ ਹੋ ਗਈ। ਉਹਦੇ ਵਿੱਚ ਇੱਕ, ਜਦੋਂ ਇੱਥੇ ਪ੍ਰੈਜ਼ੀਡੈਂਟ ਬੁਸ਼ ਹੁੰਦੇ ਸੀ, ਉਸ ਟਾਈਮ ਤੇ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਬਣਿਆ, ਜਿਹਨੂੰ CSPA ਕਹਿੰਦੇ ਆ। ਉਹਦੇ ਅੰਡਰ ਇਹ ਆ ਵੀ ਉਹਦੀ ਇੱਕ ਕੈਲਕੂਲੇਸ਼ਨ ਆ। ਉਹ ਕੈਲਕੂਲੇਸ਼ਨ ਦੇ ਵਿੱਚ ਜੇ ਮਤਲਬ ਉਹਦਾ ਕੇਸ ਫਿੱਟ ਹੁੰਦਾ, ਤਾਂ ਉਹਨੂੰ ਜੇ 21 ਸਾਲ ਤੋਂ ਉੱਪਰ ਵੀ ਹੋ ਜਾਵੇ ਬੱਚਾ, ਤਾਂ ਉਹਨੂੰ ਇਹ ਸਮਝਿਆ ਜਾਂਦਾ ਵੀ ਉਹ 21 ਤੋਂ ਘੱਟ ਹੀ ਆ, ਉਹਨੂੰ 1 ਤੋਂ ਘੱਟ ਗਿਣ ਲਿਆ ਜਾਂਦਾ, ਚਾਹੇ ਉਹ 23 ਦਾ ਹੋਵੇ, 24 ਦਾ। ਜੇ ਤਾਂ ਉਸ ਕੈਲਕੂਲੇਸ਼ਨ ਦੇ ਵਿੱਚ ਉਹ ਆਉਂਦੇ ਆ, ਤਾਂ ਅੰਡਰ CSPA ਉਹਨਾਂ ਦਾ ਜਿਹੜਾ ਬੱਚਾ ਕਿਸੇ ਦਾ 21 ਤੋਂ ਉੱਪਰ ਹੋ ਗਿਆ, ਉਹਨੂੰ ਵੀ ਗ੍ਰੀਨ ਕਾਰਡ ਮਿਲੂਗਾ, ਉਹ ਨਾਲ ਆ ਸਕਦਾ। ਪਰ ਜੇ ਉਹ ਉਸ ਕੈਲਕੂਲੇਸ਼ਨ 'ਚੋਂ ਬਾਹਰ ਹੋ ਜਾਂਦੇ ਆ, ਫਿਰ ਇਹਦਾ ਕੋਈ ਰਸਤਾ ਨਹੀਂ। ਫਿਰ ਮਤਲਬ ਉਹ ਜਿਹੜੇ ਹੁਣ 21 ਤੋਂ ਘੱਟ ਨੇ ਉਹ ਆ ਜਾਣਗੇ, ਜਾਂ ਪੇਰੈਂਟਸ ਆ ਜਾਣਗੇ, ਪਰ ਬੱਚਿਆਂ ਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ। ਸੋ ਇਹ ਮਤਲਬ ਦੇਖਣਾ ਪਊ ਕਿ ਇਹਨਾਂ ਦਾ ਜਿਹੜਾ ਕੇਸ ਆ ਉਸ ਕੈਲਕੂਲੇਸ਼ਨ 'ਚ ਆਉਂਦਾ ਕਿ ਨਹੀਂ ਆਉਂਦਾ। ਜੀ ਬਿਲਕੁਲ। ਇਹ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਕੰਟੈਕਟ ਕਰ ਸਕਦੇ ਨੇ। ਹਾਂਜੀ, ਮੈਨੂੰ ਇਸ ਪ੍ਰੋਗਰਾਮ ਤੋਂ ਬਾਅਦ ਫੋਨ ਕਰ ਲੈਣ, ਉਹਨਾਂ ਦੀ ਸਾਰੀ ਸਿਚੁਏਸ਼ਨ ਸਮਝ ਕੇ ਆਪਾਂ ਡਿਟੇਲ 'ਚ ਉਹਨਾਂ ਨੂੰ ਜਵਾਬ ਦੇ ਦੇਵਾਂਗੇ। ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ, ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇੱਕ ਤਾਂ ਜਿਨ੍ਹਾਂ ਦੇ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਕੇਸ ਚੱਲਦੇ ਆ, ਪੋਲੀਟੀਕਲ ਅਸਾਈਲਮ ਦੇ ਜਿਹੜੇ ਬਾਹਰ ਨੇ, ਨਾਨ ਡਿਟੇਨਡ ਨੇ, ਉਹ ਕੈਲੀਫੋਰਨੀਆ ਤੇ ਨਿਊਯਾਰਕ ਦੀਆਂ, ਤੇ ਜਿਹੜਾ ਸਿਐਟਲ, ਵਾਸ਼ਿੰਗਟਨ ਵਗੈਰਾ ਦੀਆਂ ਕੋਰਟਾਂ 24 ਜੁਲਾਈ ਤੱਕ ਸਾਰੇ ਕੇਸ ਜਿਹੜੇ ਪੋਸਟਪੋਨ ਹੋ ਗਏ ਆ। ਤੇ ਲੇਕਿਨ ਨਿਊਯਾਰਕ, ਨਿਊ ਜਰਸੀ, ਡਿਟਰੋਇਟ, ਮਿਸ਼ੀਗਨ, ਤੇ ਜਿਹੜੀ ਹੈਗੀ ਆ ਕਲੀਵਲੈਂਡ, ਓਹਾਇਓ, ਤੇ ਬਾਲਟੀਮੋਰ, ਇਹ ਕੇਸਾਂ ਜਿਹੜੀਆਂ ਕੋਰਟਾਂ ਨੇ, ਉਹਨਾਂ ਵਿੱਚ ਕੇਸ ਜਿਹੜੇ ਆ ਉਹ 13 ਤਰੀਕ ਤੋਂ ਮਤਲਬ ਡੇਟਾਂ ਸ਼ੁਰੂ ਹੋਣਗੀਆਂ। USCIS ਦੀਆਂ ਜਿਹੜੀਆਂ ਇੰਟਰਵਿਊਜ਼ ਆ ਰਹੀਆਂ ਨੇ, ਤੇ ਬਾਕੀ ਜਿਹੜੀਆਂ ਅਪਡੇਟਸ ਆ ਉਹ ਜਿਵੇਂ ਜਿਵੇਂ ਟਾਈਮ ਆਏਗਾ ਉਵੇਂ ਅਸੀਂ ਦਿੰਦੇ ਰਹਾਂਗੇ। ਪਰ ਸਟੇ ਸੇਫ। ਜਿਵੇਂ ਹੁਣ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਾਂ ਇਹਨਾਂ ਸਟੇਟਾਂ 'ਚ ਜਿਹੜਾ ਕਰੋਨਾ ਵਾਇਰਸ ਵੱਧ ਰਿਹਾ, ਉਹਦੇ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਸੋਸ਼ਲ ਡਿਸਟੈਂਸਿੰਗ ਰੱਖਣ, ਮਾਸਕ ਪਾਉਣ ਤੇ ਗਲਵ ਪਾਉਣ, ਤੇ ਹੱਥ ਆਪਣੇ ਜਿਹੜੇ ਬਾਰ-ਬਾਰ ਧੋਣ, ਕਿਉਂਕਿ ਇਸ ਬਿਮਾਰੀ ਤੋਂ ਬਚਣ ਦਾ ਇਹੀ ਇੱਕ ਤਰੀਕਾ, ਕਿਉਂਕਿ ਅਜੇ ਤੱਕ ਕੋਈ ਵੈਕਸੀਨ ਤਾਂ ਆਈ ਨਹੀਂ ਗੀ, ਤੇ ਜਿੰਨੀ ਦੇਰ ਵੈਕਸੀਨ ਨਹੀਂ ਆਉਂਦੀ ਉਨੀ ਦੇਰ ਤੱਕ ਇਹ ਆਪਣੇ ਆਪ ਨੂੰ ਸੇਫ ਰੱਖਣ। ਸੋ ਸਟੇ ਸੇਫ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਬਿਲਕੁਲ, ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਪ੍ਰੋਗਰਾਮ 'ਚ ਹਮੇਸ਼ਾ ਜੁੜਦੇ ਹੋ ਤੇ ਅਮਰੀਕਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋ। ਤੁਹਾਡਾ ਥੈਂਕ ਯੂ। ਸੋ ਦੋਸਤੋ, ਇਹ ਸਨ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾ, ਕੈਲੀਫੋਰਨੀਆ ਤੋਂ, ਤੇ ਤੁਸੀਂ ਇਹਨਾਂ ਦੇ ਨੰਬਰਸ ਨੋਟ ਕਰ ਲਏ ਹੋਣੇ। ਅੱਜ ਅਸੀਂ ਮੁਆਫੀ ਚਾਹਾਂਗੇ ਕਿ ਇੱਕ ਟੈਕਨੀਕਲ ਫਾਲਟ ਦੇ ਕਰਕੇ ਤੁਹਾਡੀ ਜਿਹੜੀਆਂ ਕਾਲਸ ਅੱਗੇ ਫਾਰਵਰਡ ਨਹੀਂ ਕਰ ਪਾਏ। ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਜਿਹੜੇ ਤੁਹਾਡੇ ਸਵਾਲ ਸੀ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਹੋਣੀ ਹੈ, ਤੇ ਜਿਹੜੀ ਨਵੀਂ ਅਪਡੇਸ਼ਨ ਆਈ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ। ਇਸ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਕਰ ਕਿਤੇ ਜਾਇਓ ਨਾ। ਇਸ ਤੋਂ ਬਾਅਦ ਸ਼ੁਰੂ ਹੋਣ ਲੱਗਾ ਜੀ ਸੀਨੀਅਰਸ ਦੀ ਲਾਈਫ ਨੂੰ ਲੈ ਕੇ ਇੱਕ ਪ੍ਰੋਗਰਾਮ। ਸੋ ਉਹਦੇ ਵਿੱਚ ਤੁਸੀਂ ਵੀ ਭਾਗ ਲੈ ਸਕਦੇ ਹੋ, ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ, ਤੇ ਨਾਲ ਦੀ ਨਾਲ 6 ਤੋਂ ਲੈ ਕੇ 7 ਵਜੇ ਤੱਕ ਫਿਰ ਹਾਜ਼ਰ ਹੋਵਾਂਗੇ ਲੈ ਕੇ ਨਿਊਜ਼ ਐਂਡ ਵਿਊਜ਼। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।
ਧੰਨਵਾਦ।